ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ। ਖਬਰਾਂ ਦੇ ਪ੍ਰਾਈਮ ਟਾਈਮ ਦੇ ਵਿੱਚ ਅੱਜ ਗੱਲ ਅਸੀਂ ਸਿਆਸਤ ਦੀ ਕਰਨੀ ਹੈ। ਜੀ ਹਾਂ, ਪੰਜਾਬ ਦੀ ਸਿਆਸਤ ਦੀ। ਮੌਕਾ ਦੀਵਾਲੀ ਦਾ, ਇਸ ਕਰਕੇ ਵੀ ਸਿਆਸਤ ਦੀ। ਭਗਵਾਨ ਰਾਮ ਨੇ, ਦੀਵਾਲੀ ਦਾ ਮੌਕਾ, ਭਗਵਾਨ ਰਾਮ ਨੂੰ ਅਸੀਂ ਸਾਰੇ ਯਾਦ ਕਰ ਰਹੇ ਹਾਂ। ਭਗਵਾਨ ਰਾਮ ਨੇ ਅਜਿਹਾ ਰਾਜ ਕੀਤਾ ਕਿ ਦੁਨੀਆ ਉਹਨਾਂ ਨੂੰ ਮਰਿਆਦਾ ਪੁਰਸ਼ੋਤਮ ਦੇ ਨਾਮ ਦੇ ਨਾਲ ਜਾਣਦੀ ਹੈ। ਪਰ ਅੱਜ ਸਿਆਸਤ ਉਸ ਪੱਧਰ ਦੀ ਹੋ ਰਹੀ ਹੈ ਜਿੱਥੇ ਮਰਿਆਦਾ ਨਾਮ ਦੀ ਕੋਈ ਚੀਜ਼ ਹੀ ਨਹੀਂ ਹੈ। ਭਗਵਾਨ ਰਾਮ ਦੀ ਤੁਲਨਾ ਤਾਂ ਕਿਸੇ ਨਾਲ ਵੀ ਨਹੀਂ ਕਦੇ ਕੀਤੀ ਜਾ ਸਕਦੀ, ਪਰ ਉਹਨਾਂ ਦੇ ਦਿਖਾਏ ਰਾਹ ਤੋਂ ਤਾਂ ਸਿਆਸਤਦਾਨ ਸਬਕ ਲੈ ਹੀ ਸਕਦੇ ਨੇ। ਪਰ ਸ਼ਾਇਦ ਅੱਜ ਦੇ ਖੂਬ ਗਿਆਨੀ ਸਿਆਸਤਦਾਨਾਂ ਨੂੰ ਕਿਸੇ ਸਬਕ ਦੀ ਜ਼ਰੂਰਤ ਨਹੀਂ ਹੈ। ਅੱਜ ਦੀ ਇਹ ਚਰਚਾ ਇਸ ਕਰਕੇ ਵੀ ਜ਼ਰੂਰੀ ਸੀ ਕਿਉਂਕਿ ਜਦੋਂ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ, ਖਾਸ ਤੌਰ ਤੇ ਇਲੈਕਸ਼ਨ ਦੇ ਮੌਸਮ ਦੇ ਵਿੱਚ, ਚੋਣਾਂ ਤੋਂ ਠੀਕ ਪਹਿਲਾਂ, ਤਾਂ ਫਿਰ ਸਭ ਕੁਝ ਭੁੱਲ ਜਾਂਦੇ ਨੇ ਸਿਆਸਤਦਾਨ। ਨਾ ਕੋਈ ਮਰਿਆਦਾ, ਨਾ ਉਮਰ ਦਾ ਲਿਹਾਜ਼, ਨਾ ਕੋਈ ਪਬਲਿਕ ਪਲੇਟਫਾਰਮ ਦਾ ਦੇਖਣਾ ਕਿ ਇਹ ਤਾਂ ਪੰਜਾਬ ਦੇ ਲੋਕਾਂ ਤੱਕ, ਬੱਚਿਆਂ ਤੱਕ, ਬਜ਼ੁਰਗਾਂ ਤੱਕ, ਮਹਿਲਾਵਾਂ ਤੱਕ ਗੱਲਾਂ ਪਹੁੰਚਣਗੀਆਂ, ਕੋਈ ਧਿਆਨ ਨਹੀਂ ਰੱਖਿਆ ਜਾਂਦਾ। ਇਹ ਚਰਚਾ ਇਸ ਕਰਕੇ ਵੀ ਕਰਨੀ ਜ਼ਰੂਰੀ ਹੋ ਗਈ ਕਿਉਂਕਿ ਨਵਜੋਤ ਸਿੰਘ ਸਿੱਧੂ ਨੇ ਜੋ ਟਿੱਪਣੀਆਂ ਕੀਤੀਆਂ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ, ਸਿਆਸੀ ਵਿਚਾਰਧਾਰਾ ਨੂੰ ਲੈ ਕੇ ਕਿਸੇ ਦੇ ਨਾਲ ਮਤਭੇਦ ਹੋ ਸਕਦੇ ਨੇ, ਪਰ ਕੀ ਵਾਕਈ ਇਹ ਮਤਭੇਦ ਇੰਨੇ ਜ਼ਿਆਦਾ ਵੱਧ ਗਏ ਕਿ ਇਹ ਨਿੱਜੀ ਟਿੱਪਣੀਆਂ ਤੱਕ ਪਹੁੰਚ ਗਏ। ਤੇ ਦੂਜੇ ਪਾਸੇ ਕਿਉਂਕਿ ਇਹ ਪੂਰਾ ਟਿੱਪਣੀਆਂ ਦਾ ਸਿਲਸਿਲਾ ਸਿਰਫ ਨਵਜੋਤ ਸਿੰਘ ਸਿੱਧੂ ਤੱਕ ਸੀਮਿਤ ਨਹੀਂ, ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਟਿੱਪਣੀਆਂ ਹੋਈਆਂ ਨੇ। ਇਸ ਤੋਂ ਪਹਿਲਾਂ ਹਾਲ ਹੀ ਦੇ ਵਿੱਚ ਜਿਹੜੇ ਹਿਮਾਚਲ 'ਚ ਚੋਣਾਂ ਹੋਈਆਂ, ਉੱਥੇ ਵੀ ਕੁਝ ਟਿੱਪਣੀਆਂ ਹੋਈਆਂ ਸੀ। ਅਸੀਂ ਉਸ ਦਾ ਵੀ ਜ਼ਿਕਰ ਕਰਾਂਗੇ। ਅੱਜ ਗੱਲ ਹੋਵੇਗੀ ਸਿਆਸਤ 'ਚ ਬ੍ਰੇਕਾਂ ਫੇਲ। You don't wash dirty linen in public. He's a fatherly figure. I love him. I respect him. I'll sort it out myself. ਕਹਿੰਦੇ ਜਿਉਂ-ਜਿਉਂ ਉਮਰ ਵੱਧਦੀ ਜਾਂਦੀ ਹੈ ਬੰਦੇ ਦੀ, ਤਿਉਂ-ਤਿਉਂ ਜਵਾਕ ਬਣ ਜਾਂਦਾ। ਤੇ ਰੋਂਡੂ ਜਵਾਕ ਪਹਿਲਾਂ ਪਿਤਾ ਸਮਾਨ ਤੇ ਹੁਣ ਬੁਜ਼ਦਿਲ ਤੇ ਰੋਂਦੂ ਬੱਚਾ। ਇਹ ਬਿਆਨ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ। ਸਿੱਧੂ ਨੇ ਬਿਆਨ ਦਿੰਦਿਆਂ ਨਾ ਕੋਈ ਭਾਸ਼ਾ ਦੀ ਪਰਵਾਹ ਕੀਤੀ ਤੇ ਨਾ ਹੀ ਸਿਆਸਤ ਦੀ ਮਰਿਆਦਾ ਦੀ। ਕਿਸੇ ਵੇਲੇ ਕੈਪਟਨ ਅਮਰਿੰਦਰ ਸਿੰਘ ਦੀਆਂ ਸਿਫਤਾਂ ਦੇ ਪੁਲ ਬੰਨਣ ਵਾਲੇ ਨਵਜੋਤ ਸਿੰਘ ਸਿੱਧੂ ਹੁਣ ਤੂੰ ਤੜਾਕ ਦੀ ਭਾਸ਼ਾ ਦੇ ਵਿੱਚ ਗੱਲ ਕਰ ਰਹੇ ਨੇ। ਦਰਅਸਲ ਕੈਪਟਨ ਅਮਰਿੰਦਰ ਸਿੰਘ ਨੇ 2 ਨਵੰਬਰ ਨੂੰ ਕਾਂਗਰਸ ਤੋਂ ਅਸਤੀਫਾ ਦਿੱਤਾ ਸੀ ਅਤੇ ਆਪਣੇ ਅਸਤੀਫੇ ਦੇ ਵਿੱਚ ਕੈਪਟਨ ਨੇ ਸਿੱਧੂ ਨੂੰ ਪਾਕਿਸਤਾਨ ਪ੍ਰਸਤ ਬੰਦਾ ਦੱਸਿਆ ਸੀ, ਜਿਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦਾ ਪਾਰਾ ਚੜ ਗਿਆ ਤੇ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਨੂੰ ਜਵਾਬ ਦੇਣ ਦੇ ਲਈ ਤੂੰ ਤੜਾਕ ਵਾਲੀ ਭਾਸ਼ਾ ਦਾ ਇਸਤੇਮਾਲ ਕੀਤਾ ਹੈ। ਕਈ ਮੁੱਦਿਆਂ ਕਰਕੇ ਸਰਕਾਰਾਂ ਬਦਲੀਆਂ, ਇੱਕ ਫੇਲਡ ਮੁੱਖ ਮੰਤਰੀ ਬਦਲਿਆ, ਠੀਕ ਹੈ ਕਿ ਨਹੀਂ? ਇਹ ਬੀਜੇਪੀ ਕਹਿੰਦੀ ਤੈਨੂੰ ਹੱਥ ਨਹੀਂ ਲਾਉਣਾ, ਜੇ ਹੱਥ ਲਾ ਲਿਆ ਸੀ ਮਿੱਟੀ। ਕਿਸਾਨ ਕਹਿੰਦੇ ਤੈਨੂੰ ਹੱਥ ਨਹੀਂ ਲਾਉਣਾ, ਜੇ ਹੱਥ ਲਾ ਲਿਆ ਸੀ ਮਿੱਟੀ। ਇਹ ਹੈ ਕੀ? ਅਗਲੇ ਪਾਰਸ ਨੂੰ ਹੱਥ ਲਾਣਗੇ ਜਾਂ ਚੱਲੇ ਕਾਰਤੂਸ ਨੂੰ? ਦੂਜੀ ਗੱਲ ਤੇ ਤੂੰ ਤਾਂ ਕਹਿੰਦਾ ਸੀ ਬੂਹੇ ਬੰਦ, ਤੇ ਕਿਹਦੇ ਲਈ ਹੋਏ ਫਿਰ? ਕਿਹਨੂੰ ਮਾਰਿਆ ਭੁਆ ਕੇ? ਨੱਕ ਮਿੱਟੀ 'ਚ ਕਿਹਦਾ ਘਸਾਇਆ? ਕੌਣ ਬੇਦਖਲ ਹੋਇਆ? ਤੇ ਹੁਣ ਤੂੰ ਰੋਂਡੂ ਬੱਚਾ ਬਣ ਗਿਆ। ਰੋਂਡੂ ਬੱਚਾ ਕਹਿੰਦੇ ਜਿਉਂ-ਜਿਉਂ ਉਮਰ ਵੱਧਦੀ ਜਾਂਦੀ ਹੈ ਬੰਦੇ ਦੀ, ਤਿਉਂ-ਤਿਉਂ ਜਵਾਕ ਬਣ ਜਾਂਦਾ। ਤੇ ਰੋਂਡੂ ਜਵਾਕ। ਨਵਜੋਤ ਸਿੰਘ ਸਿੱਧੂ ਇੱਥੇ ਹੀ ਨਹੀਂ ਰੁਕੇ। ਉਹਨਾਂ ਨੇ ਕੈਪਟਨ ਦੀ ਉਮਰ ਤੱਕ ਦਾ ਲਿਹਾਜ਼ ਨਹੀਂ ਕੀਤਾ। ਸਿੱਧੂ ਨੇ ਕਿਹਾ ਕਿ ਮੈਨੂੰ ਹਰਾਉਣ ਵਾਲਾ ਬੰਦਾ ਇਹ ਦੱਸੇ ਕਿ ਪੰਜਾਬ ਨੂੰ ਉਸ ਦਾ ਪਿਓ ਜਿਤਾਵੇਗਾ। ਨਾਲ ਹੀ ਸਿੱਧੂ ਨੇ ਵੀ ਦਾਅਵਾ ਕੀਤਾ ਕਿ ਕੈਪਟਨ ਦੇ ਨਾਲ ਉਸ ਦੀ ਘਰਵਾਲੀ ਵੀ ਨਹੀਂ ਹੈ। ਐਮਐਲਏ ਐਮਪੀ ਹੋਣਾ ਤਾਂ ਦੂਰ ਦੀ ਗੱਲ, ਕੈਪਟਨ ਦੇ ਨਾਲ ਕੋਈ ਕਾਉਂਸਲਰ ਵੀ ਨਹੀਂ ਖੜੇਗਾ। ਮੈਂ ਕਹਿੰਦਾ ਮੇਰੇ ਰਾਜ 'ਚ ਮਾਫੀਆ ਸੀ ਤੇ ਕਮਾਊ ਪੁੱਤ ਕਿਹਦੇ ਸੀ? ਕਮਾਊ ਪੁੱਤ ਕਿਹਦੇ ਸੀ? ਪਿਛਲੀ ਵਾਰ ਪਾਰਟੀ ਬਣਾਈ, ਕਿੰਨੀਆਂ ਵੋਟਾਂ ਪਈਆਂ ਸੀ? ਤੁਹਾਡਾ ਟਵੀਟ ਤੇ ਕਿੰਨੀਆਂ ਜਿੱਤਿਆ ਸੀ ਇਹ? ਹੈ ਇਹ ਫਰਾਡ ਆਦਮੀ। ਅੱਛਾ, ਤੇ ਪੰਜਾਬ ਨੂੰ ਇਹਦਾ ਪਿਓ ਜਿਤਾਊ? ਇਹਦਾ ਪਿਓ ਜਿਤਾਊ ਪੰਜਾਬ ਨੂੰ? ਜਦੋਂ ਤੂੰ ਬਿੱਲਾ ਛੱਪੜ ਚੋਂ ਨਹਾ ਕੇ ਨਿਕਲਿਆ ਹੁੰਦਾ, ਜਿੱਦਾਂ 800 ਵੋਟਾਂ ਲੈ ਕੇ ਮੈਡਮ ਕੋਲ ਗਿਆ ਸੀ, ਤੇ ਤੈਨੂੰ ਪ੍ਰਧਾਨ ਕਿਹਨੇ ਬਣਾਇਆ ਸੀ ਓਏ? ਹੈ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਦੇ ਵਿਚਾਲੇ ਇਹ ਟਸਲ ਕੋਈ ਨਵੀਂ ਨਹੀਂ ਹੈ। ਜਦੋਂ ਤੋਂ ਸਿੱਧੂ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਨੇ, ਕੈਪਟਨ ਤੇ ਸਿੱਧੂ ਦੀ ਖੜਕਦੀ ਰਹੀ ਹੈ। ਪਰ ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਂਭੇ ਕੀਤਾ ਗਿਆ, ਉਦੋਂ ਤੋਂ ਸਿੱਧੂ ਤੇ ਕੈਪਟਨ ਦੇ ਵਿਚਾਲੇ ਤਲਖੀ ਹੋਰ ਜ਼ਿਆਦਾ ਵੱਧ ਗਈ ਹੈ। ਬਿਊਰੋ ਰਿਪੋਰਟ, ਨਿਊਜ਼ 18।
ਅੱਜ ਇਸ ਮੁੱਦੇ ਉੱਤੇ ਹੀ ਚਰਚਾ ਹੋਵੇਗੀ। ਦੋ ਚੀਜ਼ਾਂ ਅਹਿਮ ਨੇ, ਇੱਕ ਸਿਆਸੀ ਟਿੱਪਣੀਆਂ ਜਿਸ ਤਰੀਕੇ ਨਾਲ ਹੋ ਰਹੀਆਂ ਨੇ ਇਲੈਕਸ਼ਨ ਤੋਂ ਪਹਿਲਾਂ, ਤੇ ਦੂਜੇ ਪਾਸੇ ਭਲਾ ਕਿਸ ਦਾ ਹੋ ਰਿਹਾ ਹੈ। ਇਹਨਾਂ ਟਿੱਪਣੀਆਂ ਦੇ ਨਾਲ ਕੀ ਵਾਕਈ ਪੰਜਾਬ ਨੂੰ ਕੋਈ 1% ਵੀ ਫਾਇਦਾ ਹੋ ਰਿਹਾ? ਕੋਈ ਬੈਠਾ ਪੰਜਾਬੀ ਅੱਜ ਘਰ ਕਹਿ ਸਕਦਾ ਕਿ ਹਾਂ ਇਹ ਟਿੱਪਣੀ ਸੁਣ ਲਈ ਤਾਂ ਬਹੁਤ ਫਾਇਦਾ ਹੋ ਗਿਆ? ਜੇਕਰ ਨਹੀਂ ਤਾਂ ਫਿਰ ਇਹਨਾਂ ਦਾ ਵਜੂਦ ਕੀ ਹੈ? ਇਹ ਕਿਉਂ ਕੀਤੀਆਂ ਜਾ ਰਹੀਆਂ ਨੇ ਇਸ ਤਰੀਕੇ ਦੀਆਂ ਟਿੱਪਣੀਆਂ, ਤੇ ਇੱਕ ਦੂਜੇ ਦੇ ਖਿਲਾਫ ਬੋਲ ਕੇ ਕਿ ਵਾਕਈ ਵੋਟਾਂ ਮਿਲ ਜਾਣਗੀਆਂ, ਕਿ ਵਾਕਈ ਸਿਰਫ ਵੋਟਾਂ ਦੇ ਲਈ ਹੀ ਹੁਣ ਟਿੱਪਣੀਆਂ ਹੋਣਗੀਆਂ? ਅੱਜ ਇਸ ਦੇ ਉੱਤੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਤੁਹਾਡਾ ਤਾਰਫ ਕਰਵਾਉਂਦੇ ਅੱਜ ਦੇ ਮਹਿਮਾਨਾਂ ਦੇ ਨਾਲ, ਜਿਹੜੇ ਮਹਿਮਾਨ ਸਾਡੇ ਨਾਲ ਚਰਚਾ ਦੇ ਵਿੱਚ ਸ਼ਾਮਲ ਹੋ ਰਹੇ ਨੇ। ਨੀਲ ਗਰਗ ਜੀ ਸਾਡੇ ਨਾਲ ਜੁੜ ਰਹੇ ਨੇ, ਆਮ ਆਦਮੀ ਪਾਰਟੀ ਨੂੰ ਰਿਪਰੈਜ਼ੈਂਟ ਕਰਨਗੇ। ਬਹੁਤ ਬਹੁਤ ਸਵਾਗਤ ਹੈ ਗਰਗ ਸਾਹਿਬ। ਸਾਡੇ ਨਾਲ ਬੀਜੇਪੀ ਨੂੰ ਰਿਪਰੈਜ਼ੈਂਟ ਕਰਨ ਦੇ ਲਈ ਦਿਆਲ ਸਿੰਘ ਸੋਢੀ ਜੀ ਜੁੜ ਰਹੇ ਨੇ। ਸੋਢੀ ਸਾਹਿਬ ਬਹੁਤ ਬਹੁਤ ਸਵਾਗਤ ਹੈ। ਸੋਹਣ ਸਿੰਘ ਠੰਡਲ ਜੀ ਸਾਡੇ ਨਾਲ ਜੁੜ ਰਹੇ ਨੇ, ਸ਼੍ਰੋਮਣੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਨਗੇ, ਸਾਬਕਾ ਮੰਤਰੀ ਨੇ। ਠੰਡਲ ਸਾਹਿਬ ਬਹੁਤ ਬਹੁਤ ਸਵਾਗਤ ਹੈ। ਕੁਝ ਹੀ ਪਲਾਂ ਦੇ ਵਿੱਚ ਸਾਡੇ ਨਾਲ ਸੁਰਜੀਤ ਸਿੰਘ ਸਵੈਚ ਜੀ ਵੀ ਜੁੜਨਗੇ, ਕਾਂਗਰਸ ਨੂੰ ਰਿਪਰੈਜ਼ੈਂਟ ਕਰਨਗੇ। ਮੈਂ ਸ਼ੁਰੂਆਤ ਠੰਡਲ ਸਾਹਿਬ ਤੁਹਾਡੇ ਤੋਂ, ਸਭ ਤੋਂ ਸੀਨੀਅਰ ਅੱਜ ਦੇ ਪੈਨਲ ਦੇ ਵਿੱਚ ਤੁਸੀਂ ਹੋ, ਤਜਰਬਾ ਤੁਹਾਡੇ ਕੋਲ ਸਿਆਸਤ ਦਾ ਲੰਬਾ ਚੌੜਾ ਤੇ ਐਡਮਿਨਿਸਟ੍ਰੇਸ਼ਨ ਦਾ ਵੀ, ਤੇ ਸਰਕਾਰ ਦੇ ਵਿੱਚ ਰਹਿਣ ਦਾ, ਚਲਾਉਣ ਦਾ, ਸਭ ਕੁਝ। ਪਹਿਲੀ ਤੁਹਾਡੀ ਟਿੱਪਣੀ ਇਹੀ ਲੱਗਦਾ ਕਿ ਇਹ ਟਿੱਪਣੀਆਂ ਦੇ ਉੱਤੇ ਬ੍ਰੇਕ ਲੱਗਣੀ ਚਾਹੀਦੀ ਹੈ? ਲੱਗਦਾ ਹੈ ਕਿ ਇਹ ਟਿੱਪਣੀਆਂ ਉਸ ਪੱਧਰ ਦੇ ਉੱਤੇ ਪਹੁੰਚ ਚੁੱਕੀਆਂ ਨੇ ਜਿੱਥੇ ਮਰਿਆਦਾ ਸ਼ਬਦ ਦਾ ਇਸਤੇਮਾਲ ਕਰਨਾ ਵੀ ਕਿਤੇ ਨਾ ਕਿਤੇ ਬੇਈਮਾਨੀ ਹੋਏਗੀ? ਸ਼ੋਲਾ ਜੀ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ, ਪੰਜਾਬ ਵਾਸੀਆਂ ਨੂੰ, ਦੇਸ਼ ਵਾਸੀਆਂ ਨੂੰ ਜੋ ਕੱਲ ਦੀਪਾਵਲੀ ਦਾ ਤਿਉਹਾਰ ਆ ਰਿਹਾ ਉਹਦੀ ਬਹੁਤ ਬਹੁਤ ਵਧਾਈ ਦਿੰਦਾ। ਅੱਜ ਦੀ ਡਿਬੇਟ ਦਾ ਜਿਹੜਾ ਮਸਲਾ ਤੁਸੀਂ ਲੈ ਕੇ ਆਂਦਾ, ਮੈਂ ਸਮਝਦਾ ਕਿ ਲੋਕਤੰਤਰ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਜਿਹੜੀ ਡੈਮੋਕ੍ਰੇਸੀ ਆ ਇਹ ਲੋਕਾਂ ਦੀ, ਲੋਕਾਂ ਦੁਆਰਾ, ਲੋਕਾਂ ਵਾਸਤੇ ਹੁੰਦੀ ਆ ਜੀ, ਪਰ ਜੋ ਅੱਜ ਪੰਜਾਬ ਦੀ ਸਰਕਾਰ ਜਿਸ ਤਰੀਕੇ ਨਾਲ ਚੱਲ ਰਹੀ ਆ, ਚਾਹੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੀ, ਚਾਹੇ ਅੱਜ ਮੁੱਖ ਮੰਤਰੀ ਚਰਨਜੀਤ ਚੰਨੀ ਆ, ਮੈਂ ਪਿਛਲੇ 6 ਮਹੀਨੇ ਤੋਂ ਦੇਖ ਰਿਹਾ ਕਿ ਸਰਕਾਰ ਦੀ ਅਸਲ ਡਿਊਟੀ ਕੀ ਹੁੰਦੀ ਆ। ਸਰਕਾਰਾਂ ਬਣਦੀਆਂ ਆਪਣੇ ਲੋਕਾਂ ਵਾਸਤੇ, ਉਹਨੇ ਕੰਮ ਕਰਨੇ ਆ, ਡਿਵੈਲਪਮੈਂਟ ਕਰਨੀ ਆ, ਲੋਕਾਂ ਦੇ ਦੁੱਖ ਦੂਰ ਕਰਨੇ ਆ ਜੀ। ਇਹ ਤਾਂ 6 ਮਹੀਨੇ ਤੋਂ ਆਪਣੇ ਦੁੱਖ ਨਹੀਂ ਦੂਰ ਹੋਏ। ਇੱਕ ਗੱਲ ਨਿਕਲਦੀ ਹੈ, ਦੂਜੀ ਫੇਰ ਦੂਜੇ ਸ਼ੁਰੂ ਹੋ ਜਾਂਦੀ ਆ। ਔਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਆਪਣੇ ਹੀ ਬੰਦੇ ਆਪਣੇ ਬੰਦਿਆਂ ਦੇ ਖਿਲਾਫ, ਚਾਹੇ ਕੈਪਟਨ ਸਾਹਿਬ ਨੇ ਗੱਲਾਂ ਕੀਤੀਆਂ ਖਰੀਦ ਮਾਫੀਆ ਚੱਲਦਾ ਆ, ਜਾਂ ਕਿਹੜਾ ਐਮਐਲਏ ਕੀ ਕਰਦਾ, ਕਿਹੜਾ ਮੰਤਰੀ ਕੀ ਗੱਲ ਕਰਦਾ, ਉੱਥੇ ਕੈਪਟਨ ਸਾਹਿਬ ਵੀ ਕਿਨਾਰੇ ਵਿੱਚ ਆਉਂਦੇ ਆ ਕਿ ਤੁਸੀਂ ਲੀਡਰ ਸੀ ਹਾਊਸ ਦੇ ਜੀ, ਤੁਸੀਂ ਮੁੱਖ ਮੰਤਰੀ ਪੰਜਾਬ ਦੇ, ਆਪਣੀ ਪਾਰਟੀ ਦੇ ਤੁਸੀਂ ਲੀਡਰ ਹੋ। ਜੇ ਤੁਹਾਨੂੰ ਇਹ ਪਤਾ ਸੀ ਕਿ ਕਿਹੜਾ ਐਮਐਲਏ ਕਿਹੜੇ ਕੰਮ ਗਲਤ ਕਰ ਰਿਹਾ, ਤੁਸੀਂ ਕੀ ਐਕਸ਼ਨ ਲਿਆ? ਪਹਿਲੀ ਗੱਲ ਕਿ ਜੇ ਤਰੀਕੇ ਦੇ ਨਾਲ ਨਵਜੋਤ ਸਿੱਧੂ ਅੱਜ ਸਟੇਟਮੈਂਟਾਂ ਆ ਰਹੀਆਂ, ਮੀਡੀਆ ਨੂੰ ਜਿੱਦਾਂ ਮਕਤਬ ਹੋ ਹੈ, ਤਾਂ ਉਹਦੀ ਪੁਰਾਣੀ ਆਦਤ ਇਹੋ ਜਿਹੀ ਆ। ਪਰ ਕੀ ਇੱਕ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੂੰ ਜਾਂ ਕਾਂਗਰਸ ਦੇ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਨੂੰ ਇਹ ਗੱਲਾਂ ਸੋਚਣਾ ਕਿ ਇਹ ਡੈਮੋਕ੍ਰੇਸੀ ਦੇ ਵਿੱਚ ਇੱਕ ਇਹ ਹਿੱਸਾ ਹੈਗਾ? ਜਦ ਤੁਹਾਨੂੰ ਲੱਗਦਾ ਕਿ ਨਹੀਂ ਬੋਲਣਾ ਚਾਹੀਦਾ ਸੀ ਨਵਜੋਤ ਸਿੰਘ ਸਿੱਧੂ ਨੂੰ ਜੋ ਟਿੱਪਣੀਆਂ ਉਹਨਾਂ ਨੇ ਕੀਤੀ? ਮੈਂ ਸਮਝਦਾ ਕਿ ਚਾਹੇ ਕੋਈ ਵਿਰੋਧੀ ਕਿਉਂ ਨਾ ਹੋਵੇ ਜੀ, ਸਾਡਾ ਖਾਸ ਵਿਰੋਧੀ ਵੀ ਹੋਵੇ, ਉਹਦੀ ਜਿਹੜੀ ਆ ਉਹਦੀ ਉਮਰ ਦਾ, ਉਹਦੀ ਜਿਹੜੀ ਅਹੁਦਿਆਂ ਦਾ, ਉਹਦਾ ਮਾਣ ਸਨਮਾਨ ਬਣਨਾ ਕਰਨਾ ਇੱਕ ਸਾਡੇ ਖਾਸ ਤੌਰ ਤੇ ਜਿਹੜੇ ਅਸੀਂ ਪੰਜਾਬੀ ਆ, ਸਾਡੇ ਤਾਂ ਵਿਰਸੇ ਵਿੱਚ ਇਹ ਗੱਲਾਂ ਲਿਖੀਆਂ। ਔਰ ਜਿਸ ਤਰੀਕੇ ਦੇ ਨਾਲ ਸਿੱਧੂ ਸਾਹਿਬ ਉਹਨਾਂ ਨੂੰ ਤੂੰ ਕਰਕੇ ਬੋਲ ਰਹੇ ਆ, ਇਹ ਅਤੀ ਨਿੰਦਣਯੋਗ ਆ। ਕਿਸੇ ਬੰਦੇ ਦੇ ਨਾਲ ਵੀ ਇਹੋ ਜਿਹੇ ਵਿਵਹਾਰ ਕਰਨਾ ਠੀਕ ਹੈ। ਕੱਲ ਇਕੱਠੇ ਸੀ, ਅੱਜ ਜੁਦੇ ਹੋ ਗਏ, ਇਹ ਗੱਲਾਂ ਉਹਦੀਆਂ ਜਿਹੜੀਆਂ ਸਰਕਾਰਾਂ ਦੇ ਵਿੱਚ ਵੀ ਫਰੇਮੇ ਹੁੰਦੇ ਜਾਂਦੇ ਰਹਿੰਦੇ ਆ। ਪਰ ਇੰਨੀ ਮਾੜੀ ਸ਼ਬਦਾਵਲੀ ਬੋਲ ਕੇ ਮੈਂ ਇੱਕ ਗੱਲ ਤੁਹਾਨੂੰ, ਮੈਂ ਇੱਕ ਗੱਲ ਕਹਿਣੀ ਚਾਹੁੰਦਾ ਜੀ, ਆਪਣਾ ਮੀਡੀਆ ਵੀ ਸਿਰਫ ਸਵਾਦ ਲੈਂਦਾ। ਮੀਡੀਆ ਕਿਉਂ ਨਹੀਂ ਸਵਾਲ ਪੁੱਛਦਾ ਕਿ ਤੁਸੀਂ ਜੋ ਬੋਲ ਰਹੇ ਆ ਕੀ ਇੱਕ ਇਹ ਚੰਗੇ ਪੰਜਾਬੀ ਨੂੰ, ਇਸ ਰੈਂਕ ਉੱਪਰ ਬੈਠੇ ਬੰਦੇ ਨੂੰ ਇਹ ਸ਼ੋਭਾ ਦਿੰਦਾ? ਆਪਾਂ ਇਹ ਗੱਲ ਕਿਉਂ ਨਹੀਂ ਪੁੱਛਦੇ ਕਿ ਆਪਾਂ ਘੱਟ ਕੋਈ ਡਿਸਿਪਲਿਨ ਹੁੰਦਾ, ਕੋਈ ਹਰ ਇੱਕ ਬੰਦੇ ਦਾ ਆਪਣਾ ਸਿਸਟਮ ਆ, ਆਪਾਂ ਉਹ ਜੇ ਇਹ ਅੱਜ ਸਿੱਧੂ ਸਾਹਿਬ ਨਹੀਂ ਉਹਨੂੰ ਫੋਲੋ ਕਰ ਰਹੇ ਤੇ ਇਹ ਮੰਨਦੇ ਆ ਕਿ ਲੋਕ ਪੰਜਾਬ ਦੇ ਮਗਰ ਲੱਗ ਜਾਣਗੇ? ਬਿਲਕੁਲ ਨਹੀਂ ਲੱਗਣਗੇ। ਚਾਹੇ ਚਰਨਜੀਤ ਚੰਨੀ ਝੂਠੇ ਬਿਆਨ ਦੇਈ ਜਾਵੇ, ਚਾਹੇ ਸਿੱਧੂ ਗੱਪਾਂ ਮਾਰੀ ਜਾਵੇ, ਚਾਹੇ ਕੋਈ ਜਿਹੜੀ ਮੈਂ ਗੱਲ ਕਹਿ ਰਿਹਾ ਸੀ, ਮੈਂ ਇਹ ਗੱਲ ਕਹਿ ਰਿਹਾ ਸੀ ਕਿ ਕਿਸੇ ਪੰਜਾਬੀ ਨੂੰ ਫਾਇਦਾ ਹੋਏਗਾ ਇਹਨਾਂ ਟਿੱਪਣੀਆਂ ਦਾ, ਤੁਸੀਂ ਕਹਿ ਰਹੇ ਹੋ ਕਾਂਗਰਸੀਆਂ ਨੂੰ ਵੀ ਨਹੀਂ ਹੋਣਾ। ਮੈਂ ਕਿਹਾ ਕਿਸੇ ਨੂੰ ਨਹੀਂ ਹੋਣਾ, ਕਿਉਂਕਿ ਪੰਜਾਬ ਦਾ ਬੇੜਾ ਗਰਕ ਹੋ ਰਿਹਾ। ਬਿਆਨ ਤੇ ਬਿਆਨ ਆ ਰਹੇ ਆ, ਅਨਾਉਂਸਮੈਂਟਾਂ ਹੋ ਰਹੀਆਂ, ਅਮਲ ਕਿਤੇ ਨਹੀਂ। ਚਲੋ ਠੀਕ ਹੈ, ਮੈਂ ਤੁਹਾਡੇ ਕੋਲ, ਮੈਂ ਠੰਡਲ ਸਾਹਿਬ ਵਾਪਸ ਆਉਂਗਾ, ਮੈਂ ਵਾਪਸ ਆਉਣਾ ਤੁਹਾਡੇ ਕੋਲ, ਕਿਉਂਕਿ ਇਹ ਸੀਮਿਤ ਨਹੀਂ, ਮੈਂ ਸ਼ੁਰੂਆਤ ਕਿਹਾ ਸੀ, ਇਹ ਸੀਮਿਤ ਨਹੀਂ ਹੈ ਸਿਰਫ ਨਵਜੋਤ ਸਿੰਘ ਸਿੱਧੂ ਤੱਕ, ਬਲਕਿ ਅਜਿਹੀਆਂ ਟਿੱਪਣੀਆਂ ਦੇਸ਼ ਦੇ ਅਲੱਗ-ਅਲੱਗ ਕੋਨਿਆਂ ਦੇ ਵਿੱਚੋਂ ਆਉਂਦੀਆਂ ਨੇ। ਪੰਜਾਬ ਦੇ ਵਿੱਚ ਅਜਿਹੀਆਂ ਟਿੱਪਣੀਆਂ ਆਉਂਦੀਆਂ ਨੇ, ਗੁਆਂਢੀ ਸੂਬੇ ਹਿਮਾਚਲ ਤੋਂ ਟਿੱਪਣੀਆਂ ਆਈ, ਮੈਂ ਉਸ ਦਾ ਜ਼ਿਕਰ ਕਰੂੰਗਾ। ਪਰ ਪਹਿਲਾਂ ਰੁਕ ਕਰਦੇ ਹਾਂ ਦਿਆਲ ਸਿੰਘ ਸੋਢੀ ਜੀ ਦਾ। ਸੋਢੀ ਸਾਹਿਬ, ਕੈਪਟਨ ਸਾਹਿਬ ਨੂੰ ਤੁਸੀਂ ਬਹੁਤ ਡਿਫੈਂਡ ਕਰ ਰਹੇ ਹੋ ਅੱਜ ਕੱਲ੍ਹ, ਮੰਨੋ ਚਾਹੇ ਨਾ,
ਬੀਜੇਪੀ ਕਿਵੇਂ ਦੇਖਦੀ ਹੈ ਸਿੱਧੂ ਦੀਆਂ ਟਿੱਪਣੀਆਂ ਨੂੰ? ਦੇਖੋ ਸਿੱਧੂ ਕੀ ਕਹਿ ਰਹੇ ਨੇ। ਚੱਲਿਆ ਹੋਇਆ ਕਾਰਤੂਸ, ਬੁਜ਼ਦਿਲ ਸੀਐਮ, ਕਾਇਰ ਸੀਐਮ ਜੋ ਰਹੇ, ਇਹ ਟਿੱਪਣੀਆਂ ਇਸ ਤਰੀਕੇ ਦੀਆਂ ਨੇ ਜੋ ਬੀਜੇਪੀ ਨੂੰ ਵੀ ਦੱਸ ਰਹੇ ਕਿ ਤੁਸੀਂ ਆਪਣੇ ਵਾਲੇ ਪਾਸੇ ਰਲਾਉਣ ਨੂੰ ਫਿਰਦੇ ਹੋ। ਦੇਖੋ ਕਾਂਗਰਸੀ ਕਹਿ ਕੀ ਰਹੇ ਨੇ। ਦੇਖੋ ਗੌਰਵ ਜੀ, ਗੱਲ ਇਸ ਤਰ੍ਹਾਂ ਹੈ ਕਿ ਮੈਂ ਤੁਹਾਡੀ ਗੱਲ ਦਾ ਵੀ ਜਵਾਬ ਦੇਵਾਂਗਾ ਜੀ, ਲੇਕਿਨ ਮੈਂ ਇੱਕ ਗੱਲ ਜ਼ਰੂਰ ਇਹਦੇ ਵਿੱਚ ਐਡ ਕਰਨੀ ਚਾਹੂੰਗਾ ਕਿ ਮੈਂ ਸਮਝਦਾ ਕਿ ਪੰਜਾਬ ਦੀ ਕਿਸਮਤ ਬਹੁਤ ਮਾੜੀ ਹੈ। ਉਹ ਇਸ ਕਰਕੇ ਹੈ ਕਿ ਜਦੋਂ ਕਿਸੇ ਸਰਕਾਰ ਦਾ ਅਖੀਰਲਾ ਸਮਾਂ ਹੁੰਦਾ ਹੈ ਸਾਲ, ਉਦੋਂ ਸਰਕਾਰ ਉਸ ਸੂਬੇ ਦੇ ਵਿੱਚ ਬੜੀ ਤਰੱਕੀ ਕਰਦੀ ਹੈ ਔਰ ਲੋਕਾਂ ਦੇ ਰਹਿੰਦੇ ਕੰਮ ਹੈ ਜਿਹੜੇ ਉਹ ਪੂਰੇ ਕਰਦੀ ਹੈ। ਮੈਂ ਸਮਝਦਾ ਕਿ 1 ਸਾਲ ਤੋਂ ਕਾਂਗਰਸ ਨੇ ਆਪਣੀ ਕੁਰਸੀ ਦੀ ਲੜਾਈ ਦੇ ਵਿੱਚ ਪੰਜਾਬ ਦਾ ਉਹ ਨੁਕਸਾਨ ਕਰਤਾ ਕਿ ਪੰਜਾਬ ਅੱਜ ਵਿਕਾਸ ਪੱਖੋਂ ਵੀ ਰਹਿ ਗਿਆ। ਪੰਜਾਬ ਵਿੱਚ ਤਰੱਕੀ ਨਾਂ ਦੀ ਕੋਈ ਚੀਜ਼ ਨਹੀਂ ਹੈ। ਕੇਵਲ ਤੇ ਕੇਵਲ ਕਾਂਗਰਸ ਦੀ ਆਪਸੀ ਅਧਰੂਨੀ ਲੜਾਈ ਨੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ ਹੈ। ਦੂਜੀ ਗੱਲ ਜਿਹੜੀ ਤੁਸੀਂ ਕਹੀ ਹੈ, ਮੇਰਾ ਕਹਿਣਾ ਇਹ ਹੈ ਕਿ ਜਿਹੜੀ ਰਾਜਨੀਤੀ ਹੈ, ਪਾਰਟੀਆਂ ਦੇ ਵਿੱਚ ਹਰ ਵਿਅਕਤੀ ਹੁੰਦੇ ਨੇ, ਲੇਕਿਨ ਕਿਸੇ ਪ੍ਰਤੀ ਸ਼ਬਦਾਂ ਦਾ ਸੁਮੇਲ ਤੇ ਸ਼ਬਦਾਂ ਦੀ ਮਰਜ਼ਾਦਾ ਦੀ ਉਲੰਘਣਾ ਕਰਨਾ ਜੀ, ਚਾਹੇ ਕੋਈ ਵੀ ਹੈ, ਮੈਂ ਸਮਝਦਾ ਕਿ ਕਿੱਡਾ ਵੀ ਕੋਈ ਸੀਨੀਅਰ ਲੀਡਰ, ਛੋਟੇ ਤੋਂ ਛੋਟਾ ਬੂਥ ਲੈਵਲ ਤੋਂ ਲੈ ਕੇ ਨੈਸ਼ਨਲ ਲੈਵਲ ਤੱਕ ਦਾ ਲੀਡਰ ਹੈ, ਉਹਨੂੰ ਕਦੇ ਵੀ ਇਹੋ ਜਿਹੀ ਭਾਸ਼ਾ ਨਹੀਂ ਵਰਤਣੀ ਚਾਹੀਦੀ, ਚਾਹੇ ਉਹ ਕਿਸੇ ਵੀ ਪਾਰਟੀ ਦੇ ਵਿੱਚ ਹੋਵੇ, ਚਾਹੇ ਕਿਸੇ ਵੀ ਪਾਰਟੀ ਦੇ ਖਿਲਾਫ ਉਹਨੇ ਗੱਲ ਕਰਨੀ ਹੋਵੇ ਕਿਸੇ ਮੰਚ ਤੇ। ਲੇਕਿਨ ਜਿਹੜੀ ਭਾਸ਼ਾ ਦੀ ਮਰਜ਼ਾਦਾ ਦੀ ਉਲੰਘਣਾ ਮੈਂ ਸਮਝਦਾ ਕਿ ਨਵਜੋਤ ਸਿੰਘ ਸਿੱਧੂ ਜੀ ਨੇ ਅੱਜ ਕੈਪਟਨ ਪ੍ਰਤੀ ਕੀਤੀ ਹੈ ਜੀ। ਮੈਂ ਇਹ ਨਹੀਂ ਕਹਿੰਦਾ ਕਿ ਠੀਕ ਆ ਉਹ ਕਾਂਗਰਸ ਦੀ ਅਧਰੂਨੀ ਲੜਾਈ ਹੈ, ਲੇਕਿਨ ਇਹਦੇ ਨਾਲ ਮੈਂ ਸਮਝਦਾ ਕਿ ਲੋਕਾਂ ਦਾ ਕੋਈ ਭਲਾ ਹੋਣ ਵਾਲਾ ਨਹੀਂ ਹੈ। ਠੀਕ ਹੈ, ਕਿਉਂਕਿ ਜਿਹੜਾ ਸਤਿਕਾਰ ਮੈਂ ਸਮਝਦਾ ਕਿ ਸਿੱਧੂ ਸਾਹਿਬ ਨੇ ਪਹਿਲਾਂ ਪਿਤਾ ਸਮਾਨ ਆ ਕੇ ਕੈਪਟਨ ਸਾਹਿਬ ਨੂੰ ਦਿੱਤਾ, ਅੱਜ ਉਹੀ ਸਤਿਕਾਰ ਉਹਨਾਂ ਨੂੰ ਓਏ ਤੱਕ ਕਹਿਣਾ, ਇਹ ਗੱਲ ਸ਼ੋਭਾ ਨਹੀਂ ਦਿੰਦੀ। ਅਸੀਂ ਕੋਈ ਵੀ ਕਿਸੇ ਵੀ ਪਾਰਟੀ ਦਾ ਕੋਈ ਸੀਨੀਅਰ ਵਿਅਕਤੀ ਹੈ, ਪਾਰਟੀ ਦੇ ਵਿੱਚ ਉਤਰਾਅ ਚੜਾਅ ਆਉਂਦੇ ਰਹਿੰਦੇ ਨੇ, ਪਾਰਟੀ ਲੋਕ ਬਦਲਦੇ ਰਹਿੰਦੇ ਨੇ, ਲੇਕਿਨ ਜੋ ਸੀਨੀਅਰ ਕੋਈ ਲੀਡਰ ਹੈ ਉਹਦਾ ਸਤਿਕਾਰ ਕਰਨ ਦਾ ਸਾਡਾ ਛੋਟਿਆਂ ਦਾ ਫਰਜ਼ ਬਣਦਾ ਹੈ। ਲੇਕਿਨ ਜਿਸ ਤਰ੍ਹਾਂ ਦੀ ਕਾਂਗਰਸ ਨੇ ਕੈਪਟਨ ਸਾਹਿਬ ਦੀ ਤੋਹੀਨ ਕੀਤੀ ਹੈ, ਮੈਂ ਸਮਝਦਾ ਕਿ ਕਾਂਗਰਸ ਇਹਦਾ ਬਹੁਤ ਖਮਿਆਜਾ ਭੁਗਤੇਗੀ। ਠੀਕ ਹੈ ਸਰ, ਮੈਂ ਤੁਹਾਡੇ ਕੋਲ ਵਾਪਸ ਆਉਂਗਾ, ਪਰ ਇਸ ਦੇ ਉੱਤੇ ਮੈਂ ਗੱਲਬਾਤ ਨੂੰ ਅੱਗੇ ਵਧਾਵਾਂਗਾ। ਦੇਖੋ ਬੜਾ ਦਿਲਚਸਪ ਹੈ ਸਿਆਸਤ ਕਿਸ ਤਰੀਕੇ ਨਾਲ ਹੁੰਦੀ ਹੈ। ਜੇ ਆਪਾਂ ਗੌਰ ਦੇ ਨਾਲ ਇਸ ਚੀਜ਼ ਨੂੰ ਦੇਖੀਏ ਕਿ ਯੂਪੀ ਦੇ ਵਿੱਚ ਵੀ ਇਲੈਕਸ਼ਨ ਨੇ, ਇਲੈਕਸ਼ਨ ਪੰਜਾਬ ਦੇ ਵਿੱਚ ਵੀ ਨੇ। ਯੂਪੀ 'ਚ ਇਸ ਸਮੇਂ ਚਰਚਾ ਕਿਸ ਦੀ ਹੋ ਰਹੀ ਹੈ? ਜਿਨ੍ਹਾਂ ਦੀ, ਜਿਨ੍ਹਾਂ ਦੇ ਨਾਮ ਦੇ ਉੱਤੇ ਖੂਬ ਸਿਆਸਤ ਹੋ ਰਹੀ ਹੈ। ਇੱਕ ਟਿੱਪਣੀ ਕੀਤੀ ਗਈ, ਜਿਨ੍ਹਾਂ ਦਾ ਨਾਮ ਲਿਆ ਗਿਆ ਅਖਿਲੇਸ਼ ਯਾਦਵ ਦੇ ਵੱਲੋਂ, ਤੇ ਉਸ ਤੋਂ ਬਾਅਦ ਜਿਨ੍ਹਾਂ ਦੇ ਨਾਮ ਦੇ ਉੱਤੇ ਬਵਾਲ ਹੋ ਗਿਆ। ਪੰਜਾਬ ਦੇ ਵਿੱਚ ਕੀ ਹੋ ਰਿਹਾ? ਪੰਜਾਬ 'ਚ ਕੈਪਟਨ ਜਾਂ ਕਹੀਏ ਕਿ ਕਾਂਗਰਸੀ ਵਰਸਸ ਸਾਬਕਾ ਕਾਂਗਰਸੀ ਹੋ ਰਹੇ ਨੇ। ਇੱਥੇ ਸਰਕਾਰ ਕਾਂਗਰਸ ਦੀ ਹੈ, ਜੋ ਸੀਐਮ ਬਣੇ 2017 'ਚ ਉਹ ਛੱਡ ਕੇ ਚਲੇ ਗਏ ਜਾਂ ਪਾਰਟੀ ਨੇ ਉਹਨਾਂ ਨੂੰ ਸਾਈਡਲਾਈਨ ਕਰ ਦਿੱਤਾ, ਤੇ ਅੱਜ ਉਹਨਾਂ ਦੇ ਨਿਸ਼ਾਨੇ ਉੱਤੇ ਪੂਰੀ ਪਾਰਟੀ ਹੈ ਤੇ ਪਾਰਟੀ ਦੇ ਨਿਸ਼ਾਨੇ ਉੱਤੇ ਉਹਨੇ। ਨੀਲ ਗਰਗ ਜੀ ਦਾ ਮੈਂ ਰੁਖ ਕਰਦਾ, ਆਮ ਆਦਮੀ ਪਾਰਟੀ ਤੋਂ ਸਾਡੇ ਨਾਲ ਨੇ। ਗਰਗ ਸਾਹਿਬ, ਗੱਲ ਇਹ ਵੀ ਇਸ ਸਮੇਂ ਹੋ ਰਹੀ ਹੈ ਕਿ ਕਾਂਗਰਸ ਦੇ ਇਸ ਕਲੇਸ਼ ਦੇ ਵਿਚਾਲੇ ਬਾਕੀ ਸਿਆਸੀ ਪਾਰਟੀਆਂ ਨੂੰ ਬਣਦੀ ਥਾਂ ਹੀ ਨਹੀਂ ਮਿਲ ਰਹੀ। ਉਹ ਚਾਹੇ ਹੁਣ ਤੁਸੀਂ ਮੀਡੀਆ ਦੇ ਉੱਤੇ ਉਂਗਲ ਚੁੱਕ ਦਿਓ ਜਾਂ ਫਿਰ ਸੋਸ਼ਲ ਮੀਡੀਆ ਤੇ ਉਂਗਲ ਚੁੱਕ ਦਿਓ, ਪਰ ਸਵਾਲ ਇਹ ਵੀ ਹੈ ਕਿ ਵਾਕਈ ਤੁਹਾਨੂੰ ਲੱਗਦਾ ਕਿ ਇਹ ਟਿੱਪਣੀਆਂ ਕੋਈ ਪਲਾਨਡ ਤਰੀਕੇ ਨਾਲ ਸਕ੍ਰਿਪਟਡ ਨੇ? ਦੇਖੋ ਗੌਰਵ ਜੀ, ਇਹੋ ਜਿਹੀਆਂ ਜਿਹੜੀਆਂ ਟਿੱਪਣੀਆਂ ਹੁੰਦੀਆਂ ਨੇ ਇਹ ਇੰਟਰਟੇਨਮੈਂਟ ਵਾਸਤੇ ਤਾਂ ਬਹੁਤ ਵਧੀਆ ਹੁੰਦੀਆਂ ਨੇ, ਪਰ ਨਾ ਇਸ ਦਾ ਫਾਇਦਾ ਪੰਜਾਬ ਦੇ ਲੋਕਾਂ ਨੂੰ ਹੋਣਾ, ਨਾ ਹੀ ਉਹ ਜਿਹੜਾ ਲੀਡਰ ਇਹੋ ਜਿਹੀਆਂ ਟਿੱਪਣੀਆਂ ਕਰ ਰਿਹਾ ਉਹਨੂੰ ਫਾਇਦਾ ਹੋਣਾ, ਨਾ ਹੀ ਉਹਦੀ ਪਾਰਟੀ ਨੂੰ ਫਾਇਦਾ ਹੋਣਾ। ਕਿਉਂਕਿ ਜਿਸ ਤਰੀਕੇ ਨਾਲ ਨਿੱਜੀ ਪੱਧਰ ਦੇ ਉੱਤੇ ਔਰ ਇੰਨਾ ਨਿਗਾਰ ਪੰਜਾਬ ਦੀ ਰਾਜਨੀਤੀ ਦੇ ਵਿੱਚ ਆ ਗਿਆ, ਇਹਦਾ ਲਗਾਤਾਰ ਪੰਜਾਬ ਨੂੰ ਨੁਕਸਾਨ ਹੋ ਰਿਹਾ। ਤੁਹਾਨੂੰ ਯਾਦ ਹੋਏਗਾ ਕੁਝ ਦਿਨ ਪਹਿਲਾਂ ਵੀ ਤੁਹਾਡੇ ਚੈਨਲ ਦੇ ਉੱਤੇ ਇਸ ਦਿਨ ਮਿਲਦਾ ਜੁਲਦਾ ਜਿਹੜਾ ਹੈਗਾ ਮੁੱਦਾ ਉਹ ਡਿਸਕਸ ਹੋਇਆ ਸੀ। ਉਦੋਂ ਵੀ ਅਸੀਂ ਆਖਿਆ ਸੀ ਕਿ ਇਹਨਾਂ ਦੀ ਜਿਹੜੀ ਨਿੱਜੀ ਟਿੱਪਣੀਆਂ, ਇਹਨਾਂ ਦੀ ਜਿਹੜੀ ਨਿੱਜੀ ਲੜਾਈ ਹੈਗੀ, ਇਹਦਾ ਸਭ ਤੋਂ ਵੱਧ ਜੇ ਖਮਿਆਜਾ ਭੁਗਤਣਾ ਪੈ ਰਿਹਾ ਤਾਂ ਪੰਜਾਬ ਨੂੰ ਭੁਗਤਣਾ ਪੈ ਰਿਹਾ। ਕਿਉਂਕਿ ਜਦੋਂ ਇਹੋ ਜਿਹੇ ਚਟਕਾਰੇਦਾਰ ਟਿੱਪਣੀਆਂ ਆਉਂਦੀਆਂ ਨੇ ਤੇ ਉਦੋਂ ਉਹਨੂੰ ਅਖਬਾਰਾਂ ਵੀ ਛਾਪਦੀਆਂ ਨੇ ਤੇ ਉਹਨੂੰ ਟੈਲੀਵਿਜ਼ਨ ਵੀ ਛਾਪਦਾ, ਕਿਉਂਕਿ ਹਰ ਇੱਕ ਨੇ ਆਪਣਾ ਆਪਣਾ ਜਿਹੜਾ ਹੈਗਾ ਉਹ ਵੇਖਣਾ ਹੁੰਦਾ ਹੈਗਾ। ਲੇਕਿਨ ਤੁਸੀਂ ਦੇਖੋ ਇਸ ਦੇ ਵਿੱਚ ਜਿਹੜੇ ਪੰਜਾਬ ਦੇ ਸੀਰੀਅਸ ਮੁੱਦੇ ਹੈਗੇ ਆ, ਉਹ ਮੁੱਦੇ ਕਿੱਥੇ ਜਾਨੀ ਕਿ ਡਿਸਕਸ ਹੋ ਰਹੇ ਆ, ਉਹ ਕਿੱਥੇ ਜ਼ਿਕਰ ਹੋ ਰਹੇ ਆ। ਇੱਥੇ ਚਾਹੇ ਸੋਢੀ ਸਾਹਿਬ ਹੋਣ, ਚਾਹੇ ਠੰਡਲ ਸਾਹਿਬ ਹੋਣ, ਇਹਨਾਂ ਦਾ ਵੀ ਪੁਰਾਣਾ ਇਤਿਹਾਸ ਹੈਗਾ। ਜਦੋਂ ਜਦੋਂ ਚੋਣਾਂ ਨੇੜੇ ਆਉਂਦੀਆਂ ਨੇ, ਅੱਜ ਇਹ ਬੜਾ ਸੋਹਣਾ ਭਾਸ਼ਣ ਦੇ ਲੈਂਦੇ ਆ ਔਰ ਵਧੀਆ ਭਾਸ਼ਣ ਦੇ ਰਹੇ ਆ। ਇਹਨਾਂ ਨੇ ਵੀ ਕਦੇ ਜਾਨੀ ਕਿ ਇਸ ਦੀ ਮਰਿਆਦਾ ਨਹੀਂ ਰੱਖੀ। ਚਾਹੇ ਤੁਸੀਂ 2014 ਦਾ ਇਲੈਕਸ਼ਨ ਦੇਖ ਲਓ, 2019 ਦਾ ਦੇਖ ਲਓ, 2000 ਜਿਹੜਾ ਹੈਗਾ ਹੋ ਕੇ ਹਟਿਆ ਲੋਕ ਸਭਾ ਦਾ, ਉਸ ਤੋਂ ਪਹਿਲਾਂ ਦੇ ਇਲੈਕਸ਼ਨ ਦੇਖ ਲਓ, ਕਿਸ ਤਰੀਕੇ ਨਾਲ ਆਪਣੇ ਵਿਰੋਧੀ ਲੀਡਰਾਂ ਦੇ ਉੱਤੇ ਜਿਸ ਤਰ੍ਹਾਂ ਦੀਆਂ ਟਿੱਪਣੀਆਂ ਕਰਦੇ ਰਹੇ ਨੇ। ਤੇ ਮੈਨੂੰ ਇਹ ਲੱਗਦਾ ਹੈਗਾ ਕਿ ਹਿੰਦੁਸਤਾਨ ਦੀ ਡੈਮੋਕ੍ਰੇਸੀ, ਜਿਹਨੂੰ ਕਿ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ
ਡੈਮੋਕ੍ਰੇਸੀ ਕਹੀ ਜਾਂਦੀ ਹੈ, ਚੋਣਾਂ ਦੇ ਨੇੜੇ ਆ ਕੇ ਜਾਣੀ ਕਿ ਇਹ ਡੈਮੋਕ੍ਰੇਸੀ ਇੱਕ ਮੌਕਰੀ ਬਣ ਕੇ ਰਹਿ ਜਾਂਦੀ ਹੈ ਜਦੋਂ ਇਹੋ ਜਿਹੀਆਂ ਟਿੱਪਣੀਆਂ ਦੇ ਉੱਤੇ ਜਾਣੀ ਕਿ ਟੀਵੀ ਚੈਨਲਾਂ ਦੇ ਉੱਤੇ ਡਿਬੇਟਸ ਹੁੰਦੀਆਂ। ਤੁਹਾਡੀ ਵੀ ਮਜਬੂਰੀ ਹੈ ਜਦੋਂ ਇੱਕ ਐਡੇ ਵੱਡੇ ਲੀਡਰ ਦੇ ਉੱਤੇ ਇਹੋ ਜਿਹੇ ਟਿੱਪਣੀਆਂ ਕੀਤੀਆਂ ਜਾਂਦੀਆਂ, ਤੁਸੀਂ ਵੀ ਉਸ ਚੀਜ਼ ਨੂੰ ਜਾਣੀ ਕਿ ਡਿਸਕਸ ਕਰਦੇ ਹੋ। ਤੁਹਾਡਾ ਵੀ ਮੁੱਦਾ ਇਹੀ ਹੈਗਾ ਕਿ ਇਹ ਜਿਹੜੀਆਂ ਟਿੱਪਣੀਆਂ ਨੇ ਇਹ ਟਿੱਪਣੀਆਂ ਦੇ ਉੱਤੇ ਡਿਸਕਸ਼ਨ ਨਾ ਹੋ ਕੇ ਮੇਨ ਮੁੱਦਿਆਂ ਤੇ ਹੋਵੇ। ਅੱਜ ਗੱਲ ਤੇ ਇਹ ਹੋਣੀ ਚਾਹੀਦੀ ਸੀ ਜਿਹੜੇ ਕੈਪਟਨ ਸਾਹਿਬ ਨੇ ਮੁੱਦੇ ਉਠਾਏ ਨੇ। ਕੈਪਟਨ ਸਾਹਿਬ ਕੀ ਕਹਿ ਰਹੇ ਨੇ ਆਪਣੀ ਗੱਲਬਾਤ ਦੇ ਵਿੱਚ? ਠੀਕ ਹੈ, ਇਹਨਾਂ ਦੀ ਆਪਸੀ ਟਿੱਪਣੀਆਂ ਜੋ ਮਰਜ਼ੀ ਰਹੀਆਂ ਹੋਣ, ਕੈਪਟਨ ਸਾਹਿਬ ਨੇ ਕੀ ਮੁੱਦਾ ਉਠਾਇਆ ਕਿ ਉਹਨਾਂ ਦੇ ਨਾਲ ਦੇ ਜਿਹੜੇ ਐਮਐਲਏ ਸੀ, ਉਹਨਾਂ ਦੇ ਨਾਲ ਦੇ ਜਿਹੜੇ ਐਮਪੀ ਹੈਗੇ ਸੀ, ਉਹਨਾਂ ਦੇ ਨਾਲ ਦੇ ਜਿਹੜੇ ਮੰਤਰੀ ਹੈਗੇ ਆ, ਉਹ ਵੱਖ-ਵੱਖ ਤਰ੍ਹਾਂ ਦੇ ਮਾਈਨਿੰਗ ਮਾਫੀਆ ਦੇ ਵਿੱਚ ਇਨਵੋਲਵ ਸੀ, ਜਿਹੜੇ ਜਿਨ੍ਹਾਂ ਨੇ ਰੱਜ ਕੇ ਪੈਸੇ ਬਣਾਏ, ਤੇ ਉਹਨਾਂ ਨੇ ਕਾਰਵਾਈ ਇਸ ਕਰਕੇ ਨਹੀਂ ਕੀਤੀ ਕਿਉਂਕਿ ਉਹ ਚਾਹੁੰਦੇ ਨਹੀਂ ਸੀ ਕਿ ਪਾਰਟੀ ਦੀ ਬਦਨਾਮੀ ਹੋਵੇ। ਸਵਾਲ ਤੇ ਇਹ ਹੋਣਾ ਚਾਹੀਦਾ ਸੀ ਕੈਪਟਨ ਸਾਹਿਬ ਨੂੰ ਕਿ ਕੈਪਟਨ ਸਾਹਿਬ ਤੁਸੀਂ ਇੱਕ ਸੰਵਿਧਾਨਕ ਅਹੁਦੇ ਤੇ ਬੈਠੇ ਸੀ, ਤੁਸੀਂ ਸੰਵਿਧਾਨ ਦੀ ਸਹੁੰ ਚੁੱਕੀ ਸੀ। ਪਹਿਲਾਂ ਤੇ ਤੁਸੀਂ ਗੁਟਕਾ ਸਾਹਿਬ ਦੀ ਝੂਠੀ ਸਹੁੰ ਚੁੱਕ ਕੇ ਪੰਜਾਬ ਦੇ ਲੋਕਾਂ ਨੂੰ ਪਿੱਠ ਦਿਖਾਈ, ਹੁਣ ਤੁਸੀਂ ਸੰਵਿਧਾਨ ਨੂੰ ਪਿੱਠ ਦਿਖਾਈ ਕਿਉਂਕਿ ਤੁਹਾਡਾ ਫਰਜ਼ ਨਹੀਂ ਬਣਦਾ ਸੀ ਐਜ਼ ਮੁੱਖ ਮੰਤਰੀ ਹੁੰਦੇ ਹੋਏ ਇਹੋ ਜਿਹੇ ਐਮਐਲਏ ਤੇ ਇਹੋ ਜਿਹੇ ਬੰਦਿਆਂ ਦੇ ਉੱਤੇ ਕਾਰਵਾਈ ਕਰਦੇ। ਅੱਜ ਉਹ ਕਹਿ ਰਹੇ ਨੇ ਕਿ ਉਹਨਾਂ ਕੋਲ ਇੱਕ ਫਾਈਲ ਹੈਗੀ ਹੈ ਜਿਹਦੇ ਵਿੱਚ ਉਹਨਾਂ ਮੰਤਰੀਆਂ ਦੇ ਨਾਂ ਹੈਗੇ ਨੇ ਜਿਨ੍ਹਾਂ ਨੇ ਕਰਪਸ਼ਨ ਕੀਤੀ ਹੈ, ਅੱਡ-ਅੱਡ ਤਰ੍ਹਾਂ ਦੇ ਸਾਰੇ ਭੇਤ ਹੈਗੇ ਨੇ। ਅਸੀਂ ਉਹਨਾਂ ਨੂੰ ਯਾਨੀ ਕਿ ਸਵਾਲ ਤੇ ਹੋਣਾ ਚਾਹੀਦਾ ਸੀ ਮੁੱਖ ਮੰਤਰੀ ਸਾਹਿਬ, ਸਾਬਕਾ ਮੁੱਖ ਮੰਤਰੀ ਸਾਹਿਬ, ਉਹ ਜਿਹੜੀ ਫਾਈਲ ਜਲਦੀ ਲੋਕਾਂ ਦੇ ਸਾਹਮਣੇ ਲੈ ਕੇ ਆਓ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਅੱਜ ਜਿਹੜਾ ਪੰਜਾਬ ਦੇ ਜੁਮੇ 3 ਲੱਖ ਕਰੋੜ ਦਾ ਕਰਜ਼ਾ ਚੜ ਗਿਆ, ਉਹ ਕਰਜ਼ਾ ਚੜਾਉਣ ਵਾਸਤੇ ਕਿਹੜੇ-ਕਿਹੜੇ ਲੋਕ ਸ਼ਾਮਲ ਨੇ। ਬਿਲਕੁਲ ਲਾਜ਼ਮੀ ਤੌਰ ਤੇ ਉਹਨਾਂ ਦੀ ਗੱਲ ਹੋਣੀ ਚਾਹੀਦੀ ਹੈ। ਆਪਾਂ ਇਸ ਚਰਚਾ ਨੂੰ ਜਾਰੀ ਰੱਖਾਂਗੇ ਪਰ ਇਸ ਵਿਚਾਲੇ ਇੱਕ ਵੱਡੀ ਖਬਰ ਆ ਰਹੀ ਹੈ, ਮੈਨੂੰ ਉਸ ਦਾ ਰੁਖ ਕਰਨਾ ਪਏਗਾ। ਗਰਗ ਸਾਹਿਬ, ਮੈਂ ਤੁਹਾਡੇ ਕੋਲ ਵਾਪਸ ਆਉਣਾ। ਦੇਖੋ, ਮੁੱਦਿਆਂ ਦੀ ਗੱਲ ਹੋਣੀ ਚਾਹੀਦੀ ਹੈ, ਇੱਕ ਮੁੱਦੇ ਦੀ ਗੱਲ ਇਹ ਹੈ ਮੁਲਕਾਂ ਤੱਕ ਖਬਰ ਪਹੁੰਚਣੀ ਚਾਹੀਦੀ ਹੈ, ਅਸੀਂ ਉਹ ਜ਼ਰੂਰ ਦੱਸ ਦਈਏ। ਦੀਵਾਲੀ ਦੇ ਮੌਕੇ ਦੇ ਉੱਤੇ ਕੇਂਦਰ ਸਰਕਾਰ ਨੇ ਪੈਟਰੋਲ ਡੀਜ਼ਲ ਦੀ ਐਕਸਾਈਜ਼ ਡਿਊਟੀ ਨੂੰ ਘਟਾ ਕੇ ਲੋਕਾਂ ਤੱਕ ਇੱਕ ਰਾਹਤ ਪਹੁੰਚਾਉਣ ਦੀ ਜਾਂ ਕਹੀਏ ਕਿ ਦੀਵਾਲੀ ਦਾ ਕੋਸ਼ਿਸ਼ ਕੀਤੀ ਹੈ। ਪੈਟਰੋਲ ਤੇ ਐਕਸਾਈਜ਼ ਡਿਊਟੀ 5 ਰੁਪਏ ਪ੍ਰਤੀ ਲੀਟਰ ਘਟਾ ਦਿੱਤੀ ਗਈ ਹੈ, ਜਦਕਿ ਡੀਜ਼ਲ ਦੇ ਉੱਤੇ ਐਕਸਾਈਜ਼ ਡਿਊਟੀ 10 ਰੁਪਏ ਘਟੀ ਹੈ। ਤਾਂ ਦੀਵਾਲੀ ਤੇ ਕੇਂਦਰ ਸਰਕਾਰ ਦਾ ਇਸ ਨੂੰ ਤੋਹਫਾ ਤੁਸੀਂ ਕਹਿ ਸਕਦੇ ਹੋ। ਦੀਵਾਲੀ ਮੌਕੇ ਲੋਕਾਂ ਦੇ ਲਈ ਰਾਹਤ ਭਰੀ ਖਬਰ ਹੈ। ਪੈਟਰੋਲ ਡੀਜ਼ਲ ਦੇ ਰੋਜ਼ਾਨਾ 35 ਪੈਸੇ ਕਰਕੇ ਇੰਨੇ ਰੇਟ ਵੱਧ ਗਏ ਕਿ ਪੈਟਰੋਲ ਪੰਜਾਬ 'ਚ 110 ਰੁਪਏ ਦੇ ਲੀਟਰ ਨੇੜੇ ਪਹੁੰਚ ਗਿਆ, ਜਦਕਿ ਡੀਜ਼ਲ 100 ਰੁਪਏ। ਤਾਂ ਹੁਣ ਥੋੜੀ ਰਾਹਤ ਜ਼ਰੂਰ ਹੋਏਗੀ ਜਦੋਂ ਐਕਸਾਈਜ਼ ਡਿਊਟੀ ਘਟੇਗੀ। ਤਾਂ 10 ਰੁਪਏ ਡੀਜ਼ਲ ਤੇ ਐਕਸਾਈਜ਼ ਡਿਊਟੀ ਨੂੰ ਘਟਾਉਣ ਦਾ ਫੈਸਲਾ ਕੇਂਦਰ ਦੀ ਸਰਕਾਰ ਨੇ ਲਿਆ, ਜਦਕਿ 5 ਰੁਪਏ ਪੈਟਰੋਲ ਦੇ ਉੱਤੇ ਐਕਸਾਈਜ਼ ਡਿਊਟੀ ਘਟਾਉਣ ਦਾ ਫੈਸਲਾ ਕੇਂਦਰ ਦੀ ਸਰਕਾਰ ਨੇ ਲਿਆ। ਯਾਰ, ਬਾਈ ਇਲੈਕਸ਼ਨਸ ਦੇ ਰਿਜ਼ਲਟ ਇੱਕ ਦਿਨ ਪਹਿਲਾਂ ਹੀ ਆਏ ਨੇ ਤੇ ਉਸ ਤੋਂ ਬਾਅਦ ਇਹ ਸਭ ਵਿਚਾਲੇ ਫੈਸਲਾ ਆਇਆ ਹੈ। ਅਸੀਂ ਚਰਚਾ ਨੂੰ ਆਪਣੀ ਜਾਰੀ ਰੱਖਾਂਗੇ, ਪਰ ਮੈਂ ਇੱਕ ਛੋਟਾ ਕਮੈਂਟ ਇਸ ਦੇ ਉੱਤੇ ਵੀ ਲੈ ਲਵਾਂ। ਟੰਡਨ ਸਾਹਿਬ, ਲੱਗ ਰਿਹਾ ਹੈ ਦੇਰ ਆਏ ਦਰੁਸਤ ਆਏ, ਕਿਉਂਕਿ ਮੈਂ ਥੋੜਾ ਜਿਹਾ ਮੁੱਦੇ ਤੋਂ ਡੀਰੇਲ ਜ਼ਰੂਰ ਹੋ ਰਿਹਾ, ਪਰ ਲੋਕ ਜਾਣਨਾ ਚਾਹੁੰਦੇ ਨੇ ਕਿ ਬਾਕੀ ਸਿਆਸੀ ਪਾਰਟੀਆਂ ਇਸ ਮੁੱਦੇ ਉੱਤੇ ਕਿਵੇਂ ਦੇਖਦੀਆਂ ਨੇ। ਪੈਟਰੋਲ ਡੀਜ਼ਲ ਦੇ ਉੱਤੇ ਐਕਸਾਈਜ਼ ਡਿਊਟੀ ਘਟਾਈ ਹੈ ਕੇਂਦਰ ਦੀ ਸਰਕਾਰ ਨੇ। ਦੇਖੋ, ਮੈਂ ਸਮਝਦਾ ਕਿ ਕੋਈ ਵੀ ਚੰਗਾ ਕੰਮ ਹੋਵੇ ਉਹਨੂੰ ਚੰਗਾ ਕਹਿਣਾ ਚਾਹੀਦਾ ਜੀ, ਪਰ ਗੱਲ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਪਿਛਲੇ ਇਹ ਬੀਜੇਪੀ ਦੀ ਸਰਕਾਰ ਦੇ ਵਿੱਚ ਰੇਟ ਵਧੇ ਆ, ਇਹ ਬੜੇ ਸ਼ਰਮਨਾਕ ਗੱਲ ਵਾ ਕਿ ਇਹੀ ਜਿਹੜੀ ਬੀਜੇਪੀ ਪਾਰਟੀ ਆ ਇਹ ਆਪ ਸਿਲੰਡਰ ਸਿਰਾਂ ਤੇ ਚੱਕ ਕੇ ਔਰ ਰੇੜਿਆਂ ਉੱਪਰ ਗੱਡਿਆਂ ਉੱਪਰ ਪਾਰਲੀਮੈਂਟ ਨੂੰ ਜਾਂਦੇ ਰਹੇ ਇਹਨਾਂ ਦੇ ਲੀਡਰ ਜਿਹੜੇ ਆ, ਅੱਜ ਪੂਰੇ ਰੇਟ ਚਲੇ ਗਏ। ਮੈਂ ਸਮਝਦਾ ਕਿ 10 ਰੁਪਏ ਘਟਾਏ ਆ, ਚੰਗੀ ਗੱਲ ਆ, ਪਰ ਇਹ ਨਾ ਕਾਫੀ ਆ। ਅੱਜ ਲੋਕਾਂ ਦਾ ਕਜੂਬੋ ਨਿਕਲਿਆ ਦੀਵਾਲੀ ਦੇ ਮੌਕੇ ਦੇ ਉੱਪਰ, ਲੋਕਾਂ ਦੀ ਰੌਣਕ ਜਿਹੜੀ ਆ ਉਹ ਖਤਮ ਹੋ ਗਈ ਆ, ਹਰ ਪਾਸੇ ਮਹਿੰਗਾਈ ਆ। ਤੇ ਮੈਂ ਸਮਝਦਾ ਕਿ ਇਹ ਹੋਰ ਸਰਕਾਰ ਨੂੰ ਆਪਣੇ ਜਿਹੜੇ ਇਹ ਟੈਕਸ ਵਿੱਚੋਂ ਲੈਂਦੀ ਆ, ਇਹ ਹੋਰ ਘੱਟ ਕਰਨੇ ਚਾਹੀਦੇ ਆ ਤੇ ਲੋਕਾਂ ਨੂੰ ਵੱਡੀ ਰਾਹਤ ਜਿਹੜੀ ਉਹ ਦੇਣੀ ਚਾਹੀਦੀ ਹੈ। ਠੀਕ ਹੈ ਗਰਗ ਸਾਹਿਬ, ਇੱਕ ਛੋਟਾ ਜਿਹਾ ਕਮੈਂਟ ਤੁਹਾਡਾ ਵੀ। ਸਵੈਜ ਸਾਹਿਬ ਦੀ ਸਾਡੇ ਨਾਲ ਜੁੜ ਚੁੱਕੇ ਨੇ, ਮੈਂ ਉਹਨਾਂ ਦਾ ਰੁਖ ਕਰਾਂਗਾ। ਗਰਗ ਸਾਹਿਬ, ਇੱਕ ਛੋਟਾ ਜਿਹਾ ਕਮੈਂਟ, ਕਿਉਂਕਿ ਆਪਾਂ ਵਾਪਸ ਸਿਆਸਤ ਦੇ ਉੱਤੇ ਆਉਣਾ। ਦੇਖੋ ਗੌਰਵ ਜੀ, ਜੇ ਰੇਟ ਘਟਾਏ ਨੇ ਇਹਦਾ ਅਸੀਂ ਵੈਲਕਮ ਕਰਦੇ ਹਾਂ, ਪਰ ਇਹ ਬਹੁਤੀ ਖੁਸ਼ੀ ਲੋਕਾਂ ਤੱਕ ਰਹਿਣੀ ਨਹੀਂ, ਕਿਉਂਕਿ ਜਿਸ ਤਰੀਕੇ ਨਾਲ ਡੇਲੀ 35 ਪੈਸੇ 40 ਪੈਸੇ 50 ਪੈਸੇ ਵੱਧ ਰਹੇ ਹੈ, ਇਹ 10 ਦਿਨਾਂ ਦੀ ਖੁਸ਼ੀ ਹੈਗੀ, ਇਸ ਤੋਂ ਵੱਡੀ ਖੁਸ਼ੀ ਨਹੀਂ ਹੈਗੀ ਹੈ। ਕਿਉਂਕਿ ਜਦੋਂ ਦਾ ਇਹਨਾਂ ਨੇ ਡੀ ਕੰਟਰੋਲ ਕੀਤਾ ਹੈਗਾ ਪੈਟਰੋਲ ਨੂੰ ਤੇ ਡੀਜ਼ਲ ਨੂੰ, ਇਹ ਲਗਾਤਾਰ ਵਧਦੇ ਹੀ ਜਾ ਰਹੇ ਹੈਗੇ ਆ। ਉਹ ਇਸ ਦੇ ਵਿੱਚ ਯਾਨੀ ਕਿ ਇਸ ਨੂੰ ਡੀ ਕੰਟਰੋਲ ਕਾਂਗਰਸ ਨੇ ਕੀਤਾ ਸੀ ਔਰ ਉਸ ਜਿਹੜਾ ਪੱਠੇ ਉਸ ਨੂੰ ਪਾਏ ਹੈਗੇ ਆ ਬੀਜੇਪੀ ਨੇ, ਔਰ ਇਹਦਾ ਨਤੀਜਾ ਬੇਸਿਕਲੀ ਇਹ ਲੋਕਾਂ ਨੂੰ ਦੀਵਾਲੀ ਦਾ ਗਿਫਟ ਨਹੀਂ ਹੈ, ਇਹ ਜਿਹੜਾ ਇਹਨਾਂ ਦੀ ਬੁਰੀ ਹਾਲਤ ਜਿਹੜੀ ਹੈ ਜਿਮਨੀ ਚੋਣ ਦੇ ਵਿੱਚ ਹੋਈ ਹੈ ਕੱਲ, ਇਹ ਉਹਦਾ ਨਤੀਜਾ ਹੈਗਾ ਕਿ ਇਹਨਾਂ ਨੂੰ 5 ਰੁਪਏ ਮਜਬੂਰ ਹੋ ਕੇ ਘਟਾਉਣਾ ਪਿਆ। ਦਿਆਲ ਸਿੰਘ ਸੋਢੀ, ਪੈਟਰੋਲ ਡੀਜ਼ਲ ਦੇ ਐਕਸਾਈਜ਼ ਡਿਊਟੀ ਘਟਾ ਕੇ ਰੇਟ ਘਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਦੇਖੋ, ਜਿਹੜੀਆਂ ਵਿਰੋਧੀ ਪਾਰਟੀਆਂ ਜੀ, ਉਹਨਾਂ ਨੇ ਆਪ ਦੀ ਐਨਕ ਦੇ ਨਾਲ ਵੇਖਣਾ ਹੈ, ਉਹਨਾਂ ਦੀ ਨਜ਼ਰ ਕਿਹੋ ਜੀ ਹੋ ਸਕਦੀ ਹੈ ਮੈਂ ਨਹੀਂ ਕਹਿ ਸਕਦਾ, ਲੇਕਿਨ ਮੈਂ ਕੇਂਦਰ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਐਕਸਾਈਜ਼ ਡਿਊਟੀ ਘਟਾਈ ਹੈ। ਹੁਣ ਮੈਂ ਇੱਥੇ ਇੱਕ ਅਪੀਲ ਸਟੇਟ ਵਾਲਿਆਂ ਨੂੰ ਵੀ ਕਰ ਰਿਹਾ, ਜਿਹੜੀ ਸਾਡੀ ਪੰਜਾਬ ਦੀ ਸਰਕਾਰ ਹੈ ਤੇ ਜਿਹਦੇ ਪਿੱਛੇ ਸਿੱਧੂ ਸਾਹਿਬ ਵੀ ਰੌਲਾ ਪਾ ਰਹੇ ਨੇ, ਕਿ ਉਹ ਵੀ ਮੈਂ ਸਮਝਦਾ ਕਿ ਜੇ ਉਹ ਵੀ ਆਪਦੀ ਕੋਈ ਬੈਟ ਵਗੈਰਾ ਤੇ ਟੈਕਸ ਘਟਾਉਣ
ਤੇ ਲੋਕਾਂ ਨੂੰ ਵੱਡੀ ਰਾਹਤ ਮਿਲ ਸਕਦੀ ਹੈ। ਜਿਵੇਂ ਦੂਜੇ ਸੂਬਿਆਂ ਦੇ ਵਿੱਚ ਸਾਰੇ ਜਿਹੜੇ ਸੂਬੇ ਆ ਉਹ ਪੰਜਾਬ ਨਾਲੋਂ ਟੈਕਸ ਘੱਟ ਹੈ, ਵੈਟ ਵੀ ਘੱਟ ਹੈ। ਜੇ ਸਟੇਟ ਸਰਕਾਰ ਵੀ ਕਰੇ ਤੇ ਮੈਂ ਕਹਿੰਦਾ ਦੂਰਾ ਫਾਇਦਾ ਹੋ ਸਕਦਾ ਹੈ ਆਮ ਵਿਅਕਤੀ ਦਾ। ਚਲੋ ਠੀਕ ਹੈ ਸਰ, ਉਸ ਦੇ ਉੱਤੇ ਵੀ ਨਜ਼ਰ ਆਏਗੀ ਕਿ ਪੰਜਾਬ ਸਰਕਾਰ ਕੋਈ ਫੈਸਲਾ ਕਰਦੀ ਹੈ ਕਿ ਨਹੀਂ। ਆਪਣੇ ਵਿਸ਼ਵਾਸ ਨਹੀਂ ਰੱਖਦਾ। ਠੀਕ ਹੈ, ਚਲੋ ਮੈਂ ਵਾਪਸ ਆਉਣਾ ਕਿਉਂਕਿ ਅੱਜ ਆਪਾਂ ਸਿਆਸਤ ਦਾ ਮੁੱਦਾ ਚੁਣਿਆ ਸੀ, ਉਸ ਦੇ ਉੱਤੇ ਵਾਪਸ ਆਵਾਂਗੇ। ਪੈਟਰੋਲ ਡੀਜ਼ਲ ਦੇ ਵਿਚਾਲੇ ਗੱਲਬਾਤ ਹੋਣੀ ਜ਼ਰੂਰੀ ਸੀ ਕਿਉਂਕਿ ਲੋਕਾਂ ਤੱਕ ਰਾਹਤ ਪਹੁੰਚਾਉਣ ਦੀ ਗੱਲ ਸਰਕਾਰ, ਕੇਂਦਰ ਦੀ ਸਰਕਾਰ ਕਰ ਰਹੀ ਹੈ। ਸੁਰਜੀਤ ਸਿੰਘ ਸਵੈਜ ਜੀ ਸਾਡੇ ਨਾਲ ਜੁੜ ਚੁੱਕੇ ਨੇ। ਸਵੈਜ ਸਾਹਿਬ ਸਵਾਗਤ ਹੈ ਤੁਹਾਡਾ, ਕਾਂਗਰਸ ਨੂੰ ਰਿਪਰੈਜ਼ੈਂਟ ਕਰਨਗੇ ਸਵੈਜ ਸਾਹਿਬ। ਸਵੈਜ ਸਾਹਿਬ, ਪਹਿਲੀ ਟਿੱਪਣੀ ਤੁਹਾਡੀ, ਜਿਹੜੇ ਨਵਜੋਤ ਸਿੰਘ ਸਿੱਧੂ ਦੇ ਬਿਆਨ ਨੇ, ਕੀ ਇਹ ਕਾਂਗਰਸ ਦੇ ਬਿਆਨ ਸਮਝੇ ਜਾਣ ਕਿ ਕਾਂਗਰਸ ਨੂੰ ਅੱਜ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਜੋ ਸਿੱਧੂ ਕਹਿ ਰਹੇ ਨੇ ਉਹੀ ਨੇ? ਦੇਖੋ ਸਰਦਾਰ ਨਵਜੋਤ ਸਿੰਘ ਸਿੱਧੂ ਸਾਡੇ ਪਾਰਟੀ ਦੇ ਪ੍ਰਧਾਨ ਨੇ ਜੀ। ਜੋ ਵੀ ਕਹਿੰਦੇ ਨੇ, ਜੋ ਵੀ ਬਿਆਨ ਦਿੰਦੇ ਨੇ, ਉਹ ਪਾਰਟੀ ਦਾ ਬਿਆਨ ਹੈਗਾ ਜੀ, ਤੇ ਪਾਰਟੀ ਦੇ ਬਿਹਾਤੀ ਕਰਦੇ ਕਹਿੰਦੇ ਨੇ। ਤੇ ਜੋ ਉਹਨਾਂ ਨੇ ਗੱਲਾਂ ਕਹੀਆਂ ਨੇ ਜੀ, ਬੇਸ਼ੱਕ ਤੁਸੀਂ ਜਿਹੜੇ ਅਲਫਾਜ਼ ਤੇ ਜਾਂ ਜਿਹੜੇ ਸ਼ਬਦਾਂ ਦੀ ਗੱਲ ਜਿਹੜੀ ਤੁਸੀਂ ਕਰ ਰਹੇ ਹੋ ਜੀ, ਇਹ ਸਾਰੇ ਜੋ ਕਿਹਨੇ ਇਨਵਾਈਟ ਕੀਤੇ ਨੇ, ਇਹ ਕੈਪਟਨ ਸਾਹਿਬ ਨੇ ਖੁਦ ਹੀ ਇਨਵਾਈਟ ਕੀਤੇ ਨੇ। ਇਹ ਖੁਦ ਜ਼ਿੰਮੇਵਾਰ ਨੇ ਕੈਪਟਨ ਸਾਹਿਬ ਇਹਨਾਂ ਸਾਰੀਆਂ ਗੱਲਾਂ ਦੇ। ਇਸ ਕਰਕੇ ਜੋ ਵੀ ਸਿੱਧੂ ਸਾਹਿਬ ਨੇ ਕਿਹਾ ਹੈ ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ। ਨਹੀਂ ਤੁਹਾਨੂੰ ਲੱਗਦਾ ਕਿ ਕੈਪਟਨ ਜਿਸ ਤਰੀਕੇ ਨਾਲ ਬੋਲ ਰਹੇ ਨੇ ਸਿੱਧੂ, ਉਹ ਸ਼ਬਦਾਂ ਦਾ ਜੋ ਇਸਤੇਮਾਲ ਕੀਤਾ ਗਿਆ? ਸ਼ਬਦਾਂ ਦੀ ਤਾਂ ਹਰ ਇੱਕ ਦੀ ਆਪਦੀ ਸ਼ੈਲੀ ਹੁੰਦੀ ਹੈ ਜੀ, ਤਰੀਕਾ ਹੁੰਦਾ ਗੱਲ ਕਰਨ ਦਾ। ਸਿੱਧੂ ਸਾਹਿਬ ਦਾ ਆਪਦਾ ਸਟਾਈਲ ਹੈਗਾ, ਉਹਨਾਂ ਦੀ ਆਪਦੀ ਸ਼ੈਲੀ ਹੈਗੀ ਹੈ। ਲੇਕਿਨ ਉਹਦਾ ਮਤਲਬ ਕਹਿਣ ਦਾ ਇਹੋ ਹੈਗਾ ਕਿ ਕੈਪਟਨ ਸਾਹਿਬ ਨੇ ਜੋ ਪੰਜਾਬ ਦੇ ਲੋਕਾਂ ਦੇ ਖਿਲਾਫ ਜੋ ਕਾਰਵਾਈ ਕਰ ਰਹੇ ਨੇ, ਠੀਕ ਹੈ, ਜਾਂ ਜੋ ਬਿਆਨ ਦੇ ਰਹੇ ਨੇ, ਜੋ ਕਰ ਰਹੇ ਨੇ, ਉਹ ਲੋਕਾਂ ਦੇ ਮਤਲਬ ਤੁਹਾਨੂੰ ਕੋਈ ਇਤਰਾਜ਼ ਨਹੀਂ ਹੈ ਨਾ? ਪੁਆਇੰਟ ਸਿੱਧਾ ਹੋ ਗਿਆ ਕਿ ਕਾਂਗਰਸ ਦੇ ਨੁਮਾਇੰਦਿਆਂ ਨੂੰ ਕੋਈ ਇਤਰਾਜ਼ ਨਹੀਂ ਜੋ ਸਿੱਧੂ ਬੋਲ ਗਏ। ਤੁਹਾਨੂੰ ਲੱਗਦਾ ਕਿ ਸ਼ੈਲੀ ਹੈ, ਸਿੱਧੂ ਨੇ ਬੋਲ ਦਿੱਤਾ, ਕੋਈ ਗੱਲ ਨਹੀਂ? ਬਿਲਕੁਲ ਇਤਰਾਜ਼ ਨਹੀਂ ਹੈਗਾ ਜੀ। ਸਿੱਧੂ ਸਾਹਿਬ ਨੇ ਜੋ ਬੋਲਿਆ ਬਿਲਕੁਲ ਠੀਕ ਬੋਲਿਆ। ਠੀਕ ਹੈ ਠੰਡਲ ਸਾਹਿਬ, ਚਲੋ ਮੈਂ ਇੱਕ ਜਵਾਬ ਲੈ ਲਾਂ। ਠੰਡਲ ਸਾਹਿਬ, ਤੁਸੀਂ ਕਹਿ ਰਹੇ ਸੀ ਮਰਿਆਦਾ ਹੋਣੀ ਚਾਹੀਦੀ ਹੈ, ਸਭ ਨੂੰ ਧਿਆਨ ਰੱਖਣਾ ਚਾਹੀਦਾ। ਕਾਂਗਰਸੀ ਕਹਿ ਰਹੇ ਨੇ ਕਿ ਨਹੀਂ, ਜੋ ਬੋਲਿਆ ਠੀਕ ਹੈ, ਇਹ ਬਿਲਕੁਲ ਸਹੀ ਸਟੈਂਡ ਹੈ ਸਿੱਧੂ ਦਾ ਕੈਪਟਨ ਖਿਲਾਫ। ਦੇਖੋ ਸਵੈਜ ਸਾਹਿਬ ਬੜੇ ਸੀਨੀਅਰ ਨੇ, ਐਡਵੋਕੇਟ ਨੇ। ਮੈਂ ਸਮਝਦਾ ਕਿ ਇਹਦੀ ਮਜਬੂਰੀ ਕੀ ਆ ਕਿ ਇਹ ਸਿੱਧੂ ਸਾਹਿਬ ਨੂੰ ਉਹਦੇ ਪੱਖ 'ਚ ਗੱਲ ਕਰ ਰਹੇ ਆ, ਜਦ ਕਿ ਜਿਹੜੀ ਭਾਸ਼ਾ ਆ ਆਮ ਬੰਦਾ ਵੀ ਸਮਝਦਾ ਕਿ ਮਾੜੀ ਭਾਸ਼ਾ ਹੈ। ਕੀ ਸਵੈਜ ਸਾਹਿਬ ਇਹ ਗੱਲ ਦਾ ਜਵਾਬ ਦੇਣਗੇ ਜੋ 2 ਦਿਨ ਪਹਿਲਾਂ ਇਹੀ ਨਵਜੋਤ ਸਿੰਘ ਸਿੱਧੂ ਪ੍ਰਧਾਨ ਕਾਂਗਰਸ ਦੇ ਆਪਣੇ ਮੌਜੂਦਾ ਜਿਹੜੇ CMO ਆ ਉਹਨਾਂ ਦੇ ਖਿਲਾਫ ਬੋਲ ਰਹੇ ਸੀ ਕਿ ਇਹ ਬਿਲਕੁਲ ਆਪਣੇ ਅਨਾਉਂਸਮੈਂਟ ਕਰੀ ਜਾਂਦੇ ਆ, ਪੱਲੇ ਕੁੱਖ ਨਹੀਂ, ਇਹ ਨਹੀਂ ਹੋਣਾ, ਇਹ ਨਹੀਂ ਹੋਣਾ, ਕਿ ਉਹ ਬਿਆਨ ਵੀ ਪਾਰਟੀ ਦੇ ਬਿਆਨ ਵਾ? ਫਿਰ ਜਵਾਬ ਦੇਣਾ ਕਲੀਅਰ ਕਰਨ ਕਿ ਜੋ ਪਾਰਟੀ ਪ੍ਰਧਾਨ ਬਿਆਨ ਦੇ ਰਹੇ ਆ ਉਹ ਬਿਲਕੁਲ ਠੀਕ ਦੇ ਰਹੇ ਆ। ਕਿ ਮੁੱਖ ਮੰਤਰੀ ਚੰਨੀ ਦੇ ਖਿਲਾਫ ਜੋ ਕੁਝ ਬੋਲਿਆ ਉਹ ਸਹੀ ਬੋਲਿਆ? ਉਹਦਾ ਜਵਾਬ ਜਿਹੜਾ ਸਵੈਜ ਸਾਹਿਬ ਜ਼ਰੂਰ ਦੇਣ ਲੋਕਾਂ ਨੂੰ, ਤਾਂ ਕਿ ਲੋਕ ਗੁੰਮਰਾਹ ਹੋਣ ਤੋਂ ਬਚ ਸਕਣ। ਸਵੈਜ ਸਾਹਿਬ ਦੱਸੋ, 2 ਦਿਨ ਪਹਿਲਾਂ ਸਟੇਟਮੈਂਟ ਆਈ ਹੈ ਜਿਸ ਦਿਨ ਦੀਵਾਲੀ ਦਾ ਤੋਹਫਾ ਦੇਣਾ ਸੀ 1 ਤਰੀਕ ਨੂੰ। ਸਿੱਧੂ ਸਾਹਿਬ ਨੇ ਸਾਡੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਕੁਝ ਨਹੀਂ ਕਿਹਾ, ਕੁਝ ਨਹੀਂ ਬੋਲਿਆ ਹੈਗਾ। ਬੋਲਿਆ ਨਹੀਂ ਜਾਂ ਤੁਸੀਂ ਸੁਣਿਆ ਨਹੀਂ? ਨਹੀਂ, ਕੁਝ ਨਹੀਂ ਕਿਹਾ ਉਹਨਾਂ ਨੇ ਗੱਲ ਕੀਤੀ ਹੈ, ਆਪਦੀ ਮੁੱਦਿਆਂ ਦੀ ਗੱਲ ਕੀਤੀ ਹੈਗੀ ਹੈ, ਉਹਦਾ ਆਪਦਾ ਤਰੀਕਾ ਗੱਲ ਕਰਨ ਦਾ। ਸਰਕਾਰ ਕੰਮ ਕਰ ਰਹੀ ਹੈ, ਜੋ ਪਾਰਟੀ ਦੀ ਜਿਹੜੀਆਂ ਜੋ ਪਾਲਿਸੀਜ਼ ਨੇ ਉਹ ਸਰਕਾਰ ਇੰਪਲੀਮੈਂਟ ਕਰ ਰਹੀ ਹੈਗੀ ਹੈ। ਤੁਸੀਂ ਹਰ ਇੱਕ ਗੱਲ ਨੂੰ, ਛੋਟੀ ਛੋਟੀ ਗੱਲਾਂ ਨੂੰ ਇਹ ਅੱਗੇ ਕਰਕੇ ਇਹ ਨਹੀਂ ਕਹਿ ਸਕਦੇ ਕਿ ਆਪਸ ਦੇ ਵਿੱਚ ਕੋਈ ਤਕਰਾਰਬਾਜ਼ੀ ਹੈ, ਇੱਕ ਦੂਜੇ ਦੇ ਖਿਲਾਫ। ਸਭ ਛੋਟੀ ਗੱਲ ਲੱਗਦੀ ਹੈ ਤੁਹਾਨੂੰ? ਇੱਕ 80 ਸਾਲ ਦੇ ਸ਼ਖਸ ਨੂੰ ਜੋ 9.5 ਸਾਲ ਤੱਕ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਉੱਤੇ ਰਿਹਾ ਹੋਵੇ, ਉਹਨੂੰ ਤੁਸੀਂ ਕਹੋ ਕਾਇਰ ਹੈ, ਤੇ ਤੁਸੀਂ ਉਸ ਨੂੰ ਕਹੋ ਚੱਲਿਆ ਹੋਇਆ ਕਾਰਤੂਸ ਹੈ, ਤੁਸੀਂ ਉਸ ਨੂੰ ਕਹੋ ਕਿ ਪੰਜਾਬ ਨੂੰ ਕੈਪਟਨ ਤੇਰਾ ਪਿਓ ਜਿਤਾਏਗਾ, ਤੁਹਾਨੂੰ ਲੱਗਦਾ ਕਿ ਇਹ ਛੋਟੀ ਗੱਲ ਹੈ? ਜਿਹੜੇ ਅਲਫਾਜ਼, ਜਿਹੜੇ ਸ਼ਬਦ, ਇਹ ਗੱਲ ਤੁਸੀਂ ਕਰ ਰਹੇ ਹੋ ਆਪਣੀ ਪੰਜਾਬੀ ਦੀ ਭਾਸ਼ਾ ਦੇ ਵਿੱਚ, ਉਹ ਅੱਜ ਕੱਲ ਕੈਪਟਨ ਸਾਹਿਬ ਤੇ ਇਸ ਕਰਕੇ ਟੁਕਦੇ ਨੇ ਕਿ ਕੈਪਟਨ ਸਾਹਿਬ ਨੇ ਖੁਦ ਜੋ ਗੱਲਾਂ ਕਰ ਰਹੇ ਨੇ, ਖੁਦ ਜੋ ਉਹਨਾਂ ਦਾ ਜੋ ਵਿਹਾਰ ਹੈ, ਕੰਡਕਟ ਹੈਗਾ, ਉਹ ਇਹਨਾਂ ਸ਼ਬਦਾਂ ਦੀ ਜਿਹੜੀ ਪਰਿਭਾਸ਼ਾ ਦੇ ਅੰਦਰ ਆਉਂਦਾ ਹੈਗਾ ਜੀ। ਤੁਸੀਂ ਦੇਖ ਲਓ, ਤੁਸੀਂ ਆਪ ਹੀ ਦੱਸ ਦਿਓ ਨਾ ਕਿ ਕੈਪਟਨ ਸਾਹਿਬ ਨੇ BJP ਨਾਲ ਹੱਥ ਮਿਲਾ ਕੇ ਕਿਹੜਾ ਕੰਮ ਕੀਤਾ ਹੈ, ਤੇ ਪੰਜਾਬ ਦੇ ਲੋਕ ਕੀ ਕਹਿੰਦੇ ਹੁੰਦੇ ਨੇ? ਜਿਹੜਾ ਹੱਥ ਮਿਲਾਵੇ ਉਹਦੇ ਨਾਲ ਉਹਨੂੰ ਕੀ ਕਹਿੰਦੇ ਹੁੰਦੇ? ਅਕਾਲੀ ਦਲ ਨੇ ਪੰਜਾਬ ਦਾ 10 ਸਾਲ ਜਿਹੜਾ ਨਾਸ਼ ਕੀਤਾ ਹੈ, ਜੇ ਅਕਾਲੀ ਦਲ ਨਾਲ ਕੋਈ ਹੱਥ ਮਿਲਾਏਗਾ ਜਾ ਕੇ ਤੇ ਉਹਦੇ ਫਿਰ ਪੰਜਾਬ ਦੇ ਲੋਕ ਕੀ ਕਹਿਣਗੇ ਉਹਨੂੰ? ਠੀਕ ਹੈ, ਚਲੋ ਮੈਂ ਇੱਕ ਸਟੇਟਮੈਂਟ ਲੈਣਾ, ਗਰਗ ਸਾਹਿਬ ਕੁਝ ਕਹਿਣਾ ਚਾਹ ਰਹੇ ਨੇ, ਕਿਹੜੇ ਲਫ਼ਜ਼ ਇਨਵਾਈਟ ਕਰਦੇ? ਥੋੜਾ ਜਿਹਾ ਹੋਲਡ ਕਰੋ, ਤੁਹਾਡਾ ਪੁਆਇੰਟ ਆ ਗਿਆ। ਮੈਂ ਗਰਗ ਸਾਹਿਬ ਕੁਝ ਕਹਿਣਾ ਚਾਹ ਰਹੇ ਨੇ, ਨੀਲ ਗਰਗ ਜੀ।
ਨਹੀਂ, ਮੈਂ ਤੇ ਗੌਰਵ ਜੀ ਸਿਰਫ ਇਹ ਕਹਿਣੀ ਚਾਹੁੰਦਾ ਕਿ ਬੜੀ ਸਫਾਈ ਦੇ ਨਾਲ ਜਿਹੜਾ ਹੈਗਾ ਸਵੈ ਸਾਹਿਬ ਮੁੱਕਰ ਗਏ ਹੈ, ਕਿਉਂਕਿ ਜਦੋਂ ਇੱਕ ਬੰਨੇ ਜਿਹੜੇ ਕਿ ਚਰਨਜੀਤ ਚੰਨੀ ਜੀ ਪ੍ਰੈਸ ਕਾਨਫਰੰਸ ਕਰਦੇ ਆ, ਬਿਜਲੀ ਦੀਆਂ ਦਰਾਂ ਘਟਾਉਂਦੇ ਹੈਗੇ ਆ ਤੇ ਮੁਲਾਜ਼ਮਾਂ ਨੂੰ 440 ਕਰੋੜ ਰੁਪਏ ਦੇਣ ਦੀ ਗੱਲ ਕਰਦੇ ਆ, ਤੇ ਉਸੇ ਵਕਤ ਹੀ ਇਹਨਾਂ ਦੇ ਪੰਜਾਬ ਦੇ ਪ੍ਰਧਾਨ ਨੇ ਗੱਲ ਕਰਦੇ ਕਿ ਪੈਸੇ ਕਿੱਥੋਂ ਲੈ ਕੇ ਆਓਗੇ, ਜੇਕਰ ਤੁਹਾਡੇ ਕੋਲ ਇਹ ਪੈਸੇ ਸਰਪਲਸ ਹੈਗੇ ਤਾਂ ਫਿਰ ਜਿਹੜੇ ਬਹੁਤ ਸਾਰੇ ਇਦਾਂ ਦੇ ਬੇਰੁਜ਼ਗਾਰ ਨੌਜਵਾਨ ਘੁੰਮ ਰਹੇ ਜਿਨ੍ਹਾਂ ਨੂੰ ਤੁਸੀਂ 2500 ਰੁਪਏ ਪਰ ਮੰਥ ਦਾ ਵਾਅਦਾ ਕੀਤਾ ਸੀ, ਜਿਨ੍ਹਾਂ ਦਾ ਹੁਣ ਤੱਕ 1,40,000 ਰੁਪਏ ਇੱਕ ਨੌਜਵਾਨ ਦਾ ਬਣ ਗਿਆ ਔਰ 55 ਲੱਖ ਨੌਜਵਾਨਾਂ ਨੂੰ ਤੁਸੀਂ ਪੈਸੇ ਦੇਣੇ, ਫਿਰ ਉਹਨਾਂ ਨੂੰ ਵੀ ਦੇ ਦਿਓ। ਉਹ ਇਹ ਕਹਿ ਰਹੇ ਨੇ, ਉਹ ਇਹ ਵੀ ਕਹਿ ਰਹੇ ਨੇ ਫਿਰ ਕੱਚੇ ਮੁਲਾਜ਼ਮ ਜਿਨ੍ਹਾਂ ਦੀਆਂ ਰੈਲੀਆਂ ਦੇ ਵਿੱਚ ਜਾ ਕੇ ਤੁਹਾਡੇ ਵੱਡੇ ਲੀਡਰ ਚੋਣਾਂ ਤੋਂ ਪਹਿਲਾਂ ਵਾਅਦਾ ਕਰਦੇ ਨੇ ਤੁਹਾਨੂੰ ਪੱਕੇ ਕਰਾਂਗੇ, ਔਰ ਅਕਾਲੀ ਦਲ ਨੇ ਵੀ ਖੈਰ ਉਹਨਾਂ ਦੀ ਇਹੀ ਹਾਲਾਤ ਕਰਕੇ ਰੱਖੇ ਸੀ, ਤੇ ਤੁਸੀਂ ਪੌਣੇ 5 ਸਾਲਾਂ ਚ ਉਹਨਾਂ ਨੂੰ ਫਿਰ ਕਿਉਂ ਨਹੀਂ ਪੱਕੇ ਕੀਤਾ ਜੇਕਰ ਤੁਹਾਡੇ ਕੋਲ ਪੈਸੇ ਹੈਗੇ। ਸੋ ਮੇਰਾ ਕਹਿਣ ਦਾ ਮਤਲਬ ਹੈ ਨਵਜੋਤ ਸਿੰਘ ਸਿੱਧੂ ਜਦੋਂ ਇਹ ਗੱਲ ਕਹਿੰਦੇ ਹੈਗੇ ਕਿ ਤੁਹਾਡੇ ਕੋਲ ਪੈਸੇ ਨਹੀਂ ਹੈਗੇ, ਤਾਂ ਫਿਰ ਉਹਨਾਂ ਦੀ ਸਟੇਟਮੈਂਟ ਜੇ ਉਹ ਅੱਜ ਵਾਲੀ ਸਟੇਟਮੈਂਟ ਠੀਕ ਹੈ ਤਾਂ ਫਿਰ ਉਹ ਵੀ ਉਹਨਾਂ ਦੀ ਪਾਰਟੀ ਦੀ ਸਟੇਟਮੈਂਟ ਉਹ ਮੰਨ ਲੈਣੀ ਚਾਹੀਦੀ ਹੈ। ਔਰ ਅਸੀਂ ਵੀ ਇਹੀ ਕਹਿ ਰਹੇ ਹਾਂ ਇਹਨਾਂ ਨੂੰ ਕਿ ਤੁਸੀਂ ਸਿਰਫ ਲੋਕਾਂ ਨੂੰ ਸਬਕ ਬਾਗ ਦਿਖਾ ਰਹੇ ਹੋ। ਚੋਣੋਂ ਸਵੈਤ ਸਾਹਿਬ ਸਵੈਤ ਸਾਹਿਬ ਪਹਿਲੀ ਗੱਲ ਤੋਂ ਪੰਜਾਬ ਸਰਕਾਰ ਨੇ ਪਹਿਲਾਂ ਜਿਹੜੇ ਪੁਰਾਣੇ ਬਿੱਲ ਮਾਫ ਕੀਤੇ ਸੀਗੇ, ਹੁਣ ਬਿਜਲੀ ਦੇ ਰੇਟ ਘਟਾਏ ਨੇ ਤੇ ਮੁਲਾਜ਼ਮਾਂ ਦੀਆਂ ਮੰਗਾਂ ਮੰਨੀਆਂ ਨੇ ਤੇ ਹੋਰ ਜਿਹੜੇ ਰਾਹਤ ਦਿੱਤੀਆਂ ਨੇ, ਮਜ਼ਦੂਰਾਂ ਦੀ ਰਾਹਤ ਦਿੱਤੀਆਂ ਨੇ, ਤੇ ਅੱਜ ਜਿਹੜਾ 3100 ਰੁਪਇਆ ਮਜ਼ਦੂਰਾਂ ਵਾਲੀ ਦੀ ਗਿਫਟ ਦਿੱਤੀ ਹੈਗੀ ਹੈ। ਇਹ ਸਾਰੇ ਜਿਹੜੇ ਫੈਸਲੇ ਕੀਤੇ ਨੇ ਇਹ ਵਾਅਦੇ ਨਹੀਂ ਜੀ, ਇਹ ਇੰਪਲੀਮੈਂਟ ਕੀਤੇ ਗਏ ਨੇ, ਸਰਕਾਰ ਦੇ ਫੈਸਲੇ ਜੋ ਲਾਗੂ ਹੋ ਚੁੱਕੇ ਨੇ। ਉਸ ਤੋਂ ਬਾਅਦ ਅਕਾਲੀ ਦਲ ਦਾ, ਭਾਜਪਾ ਦਾ ਤੇ ਆਮ ਆਦਮੀ ਪਾਰਟੀ ਦੀਆਂ ਇਹ ਲੱਤਾਂ ਕੰਬਣੀਆਂ ਸ਼ੁਰੂ ਹੋ ਗਈਆਂ। ਇਹਨਾਂ ਨੂੰ ਜਵਾਬ ਤਾਂ ਹੈ ਨਹੀਂ, ਜਵਾਬ ਨਹੀਂ ਕੋਈ ਹੈ ਇਹਨਾਂ ਕੋਲ। ਇਹ ਵੀ ਨਹੀਂ ਕਹਿ ਸਕਦੇ ਕਿ ਜੇ ਜੋ ਰਾਹਤ ਦਿੱਤੀ ਹੈ ਲੋਕਾਂ ਨੂੰ, ਸਾਹਿਬ ਫਿਰ ਇੱਕ ਗੱਲ ਫਿਰ ਆਪਣੇ ਪ੍ਰਧਾਨ ਦੀ ਗੱਲ ਨੂੰ ਕੰਡੈਮ ਕਰੋ। ਦੇਖੋ ਐ ਨਹੀਂ ਹੁੰਦਾ ਜਦੋਂ ਤੁਸੀਂ ਆਪਣੇ ਪ੍ਰਧਾਨ ਦੀ ਕੰਡੈਮ ਕਰੋ ਜਾਂ ਉਹਦੇ ਹੱਕ 'ਚ ਬੋਲੋ। ਇਹ ਕਿੰਤੂ ਪਰੰਤੂ ਕਰਦੇ ਨੇ ਕਿ ਕਿਵੇਂ ਹੋ ਗਿਆ, ਕਿੱਥੋਂ ਪੈਸੇ ਆ ਗਏ। ਤੁਸੀਂ ਦੇਖਿਆ ਸਰਦਾਰ ਸੁਖਬੀਰ ਸਿੰਘ ਬਾਦਲ ਕੀ ਕਹਿ ਰਹੇ ਸੀ ਅੱਜ, ਕਹਿੰਦੇ ਕਿਵੇਂ ਤੁਸੀਂ ਇਹ ਜਿਹੜੇ 3 ਸਮਝੌਤੇ ਨੇ PPAs ਨੇ ਕਿਵੇਂ ਰੱਦ ਕਰ ਦੋਗੇ। ਅਸੀਂ ਤਾਂ ਕਿੱਲਾਂ ਕੱਢੀਆਂ ਹੋਈਆਂ ਨੇ। ਕਿੱਲਾਂ ਕਿਹਦੇ ਖਿਲਾਫ ਕੱਢੀਆਂ ਭਾਈ? ਤੁਸੀਂ ਕਿੱਲਾਂ ਕੱਢੀਆਂ ਪੰਜਾਬ ਦੇ ਲੋਕਾਂ ਦੇ ਖਿਲਾਫ ਕੱਢੀਆਂ। ਤੁਸੀਂ ਕਿੱਲਾਂ ਹਜ਼ਾਰਾਂ ਕਰੋੜ ਦਾ ਤੁਸੀਂ ਨੁਕਸਾਨ ਪੰਜਾਬ ਦੇ ਲੋਕਾਂ ਨੂੰ ਕਰ ਰਹੇ ਹੋ। ਜੋ ਸਿੱਧੂ ਸਾਹਿਬ ਕਹਿ ਰਹੇ ਸੀ ਲੌਂਗ ਰਨ ਕੇ ਵਿਜ਼ਨ, ਇੱਕ ਵਿਜ਼ਨ ਇੱਕ ਪੰਜਾਬ ਵਾਸਤੇ ਜਿਹੜੀ ਹੈਗੀ ਹੈ ਫਿਊਚਰ ਪਲੈਨਿੰਗ, ਉਹਦੀਆਂ ਗੱਲਾਂ ਕਰ ਰਹੇ ਸੀ। ਉਹ ਪ੍ਰਿੰਸੀਪਲ ਹੈਗੇ ਲੌਂਗ ਰਨ ਵਾਸਤੇ, ਬਿਲਕੁਲ ਠੀਕ ਕਹਿ ਰਹੇ ਸੀ। ਸਰਕਾਰ ਆਪਣਾ ਕੰਮ ਠੀਕ ਕਰ ਰਹੀ ਹੈ, ਸਿੱਧੂ ਸਾਹਿਬ ਠੀਕ ਕਹਿ ਰਹੇ ਨੇ। ਠੰਡਲ ਸਾਹਿਬ ਕੁਝ ਕਹਿ ਰਹੇ ਸੁਣ ਲਈਏ ਆਪਾਂ ਇੱਕ ਵਾਰ। ਕੋਈ ਆਪਾਂ ਵਿਰੋਧੀ ਗੱਲ ਹੈ ਹੀ ਨਹੀਂ। ਠੀਕ ਹੈ ਠੰਡਲ ਸਾਹਿਬ ਮੈਂ ਅਨੰਤ ਸੋਢੀ ਜੀ ਤੁਹਾਡੇ ਕੋਲ। ਦੇਖੋ ਮੇਰੀ ਬੇਨਤੀ ਇਹ ਆ, ਸਵੈ ਸਾਹਿਬ ਸਵਾਲ ਨੂੰ ਘੁਮਾਈ ਜਾਂਦੇ ਆ। ਮੈਂ ਇੱਕ ਗੱਲ ਪੁੱਛਣੀ ਚਾਹੁੰਦਾ ਵੀ ਜੇ ਅੱਜ ਦੀ ਸਟੇਟਮੈਂਟ ਸਿੱਧੂ ਸਾਹਿਬ ਦੀ ਸਹੀ ਮੰਨਦੇ ਆ ਤੇ ਜਿਹੜੀ ਉਹਨਾਂ ਨੇ ਪਰਸੋਂ ਚੰਨੀ ਦੇ ਸੰਬੰਧ ਵਿੱਚ ਕਹੀ ਆ, ਕਈ ਉਹ ਸਹੀ ਆ ਕਿ ਗਲਤ ਵਾ? ਜਵਾਬ ਤਾਂ ਗਲਤ ਹੈ, ਇੰਨੀ ਗੱਲ ਜਵਾਬ ਦੇ ਦੇਣ। ਠੀਕ ਹੈ ਸਵੈਤ ਸਾਹਿਬ ਮੈਂ ਤੁਹਾਨੂੰ ਦੱਸਦਾ, ਸ਼ਾਇਦ ਤੁਸੀਂ ਨਈ ਸਟੇਟਮੈਂਟ ਸੁਣੀ। ਉਹ 1 ਤਰੀਕ ਦੀ ਸਟੇਟਮੈਂਟ ਹੈ, ਬਿਨਾਂ ਚੰਨੀ ਦਾ ਨਾਮ ਲਏ, ਬਿਨਾਂ CM ਦਾ ਨਾਮ ਲਏ। ਸਿੱਧੂ ਕਹਿੰਦੇ ਨੇ ਦੀਵਾਲੀ ਦਾ ਗਿਫਟ ਦੇਤਾ, 2 ਮਹੀਨੇ ਪਹਿਲਾਂ ਤੁਹਾਨੂੰ ਯਾਦ ਆ ਗਈ। ਇਸ ਤਰੀਕੇ ਦੀਆਂ ਟਿੱਪਣੀਆਂ 1 ਤਰੀਕ ਨੂੰ ਉਹਨਾਂ ਨੇ ਕੀਤੀਆਂ ਨੇ। ਇਹ ਠੰਡਲ ਸਾਹਿਬ ਨੂੰ ਸ਼ਾਇਦ ਇਸ ਗੱਲ ਦਾ ਨਹੀਂ ਪਤਾ ਕਿ ਸਿੱਧੂ ਸਾਹਿਬ ਨੇ ਕੋਈ ਵੀ ਗੱਲ ਚੰਨੀ ਸਾਹਿਬ ਦਾ ਨਾਮ ਲੈ ਕੇ ਚੰਨੀ ਸਾਹਿਬ ਦੇ ਖਿਲਾਫ ਨਹੀਂ ਕੀਤੀ। ਉਹਨਾਂ ਨੇ ਇੱਕ ਜਿਹੜਾ ਉਹਦਾ ਵਿਊ ਹੈ, ਉਹਨਾਂ ਦਾ ਆਪਣਾ ਵਿਊ ਹੈਗਾ ਕਿ ਜੋ ਪਾਲਿਸੀ ਨੇ ਫਿਊਚਰ ਵਾਸਤੇ ਪੰਜਾਬ ਵਾਸਤੇ ਸੱਚ ਕੀਤਾ। ਉਹਨਾਂ ਨੇ ਇੱਕ ਵਿਜ਼ਨ ਦਿੱਤਾ ਹੈ, ਇੱਕ ਲੌਂਗ ਟਾਈਮ ਜਿਹੜੀ ਪ੍ਰਪੋਜ਼ਲ ਹੈ ਪੰਜਾਬ ਵਾਸਤੇ ਕਿ ਪੰਜਾਬ ਦੀ ਕਿਸਾਨੀ ਨੂੰ ਆਪਾਂ ਬਾਹਰ ਕਿਵੇਂ ਕੱਢਣਾ ਹੈ, ਪੰਜਾਬ ਨੂੰ ਆਪਾਂ ਕਿਵੇਂ ਜਿਹੜਾ ਹੈਗਾ ਉਹ ਫਾਈਨੈਂਸ਼ੀਅਲ ਸਟੇਟਸ ਜਿਹੜਾ ਪੰਜਾਬ ਦਾ ਹੈਗਾ ਉਹਦੇ ਵਿੱਚੋਂ ਕਿਵੇਂ ਬਾਹਰ ਲੈ ਕੇ ਆਉਣਾ ਹੈਗਾ। ਲੌਂਗ ਟਰਮ ਦੀ ਜਿਹੜੀ ਪਲੈਨਿੰਗ ਹੈ, ਵਿਜ਼ਨ ਹੈ, ਉਹ ਆਪਦੀ ਉਹਨਾਂ ਦੀ ਹੈਗੀ ਹੈ, ਬਿਲਕੁਲ ਠੀਕ ਹੈਗੀ ਹੈ। ਉਸੇ ਵਾਸਤੇ ਅਸੀਂ ਜਿਹੜਾ ਏਜੰਡਾ ਸੈੱਟ ਕੀਤਾ ਉਹਨਾਂ ਨੇ, ਉਸ ਏਜੰਡੇ ਸਰਕਾਰ ਕੰਮ ਕਰ ਰਹੀ ਹੈ। ਠੀਕ ਹੈ ਸੋਢੀ ਸਾਹਿਬ, ਠੀਕ ਹੈ ਸੋਢੀ ਸਾਹਿਬ। ਦੇਖੋ ਤੁਸੀਂ ਕਹਿ ਰਹੇ ਸੀ ਨਹੀਂ ਹੋਣੀਆਂ ਚਾਹੀਦੀਆਂ ਟਿੱਪਣੀਆਂ, ਕਾਂਗਰਸ ਕਹਿ ਰਹੀ ਹੈ ਬਿਲਕੁਲ ਸਟੀਕ ਟਿੱਪਣੀਆਂ, ਕੋਈ ਦਿੱਕਤ ਨਹੀਂ। ਇਹ ਉਹ ਸ਼ਬਦ ਨੇ ਜਿਨ੍ਹਾਂ ਦਾ ਪੰਜਾਬ ਦੇ ਵਿੱਚ ਬਹੁਤ ਆਮ ਤੌਰ ਦੇ ਉੱਤੇ ਇਸਤੇਮਾਲ ਕੀਤਾ ਜਾਂਦਾ, ਤਾਂ ਇਤਰਾਜ਼ ਕਿਉਂ? ਦੇਖੋ ਗੌਰਵ ਜੀ, ਜਿਹੜੀ ਟਿੱਪਣੀ ਦੀ ਤੁਸੀਂ ਗੱਲ ਕਰਤੀ, ਇਹਦੇ ਨਾਲ ਇੱਕ ਟਿੱਪਣੀ ਜਿਹੜੀ ਸਿੱਧੂ ਸਾਹਿਬ ਨੇ ਕੈਪਟਨ ਦੇ ਖਿਲਾਫ ਕਹੀ ਹੈ ਕਿ ਜਿਵੇਂ ਬਿੱਲਾ ਛੱਪੜ ਤੋਂ ਨਹਾ ਕੇ ਨਿਕਲਦਾ, ਅੱਜ ਉਹ ਮੁੱਖ ਮੰਤਰੀ ਦੀ ਤੁਲਨਾ ਇੱਕ ਬਿੱਲੇ ਨਾਲ ਕੀਤੀ ਜਾ ਰਹੀ ਹੈ ਜਿਹੜੇ ਇਹ ਕਹਿੰਦੇ ਸੀ ਕਿ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ। ਔਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਗੌਰਵ ਜੀ, ਤੁਸੀਂ ਨੋਟ ਕਰ ਲਓ, ਪਹਿਲਾਂ ਕਾਂਗਰਸ ਨੇ A ਟੀਮ ਪਾਸੇ ਕਰਕੇ B ਟੀਮ ਪਾਸੇ ਕੀਤੀ ਹੈ, ਔਰ ਇਸ ਤੋਂ ਬਾਅਦ ਜਿੱਥੇ 2 ਗਰੁੱਪ ਬਣੇ ਨੇ, ਇੱਕ ਤੀਜਾ ਗਰੁੱਪ ਵੀ ਇੱਥੇ ਬਣਨ ਨੂੰ ਤਿਆਰ ਬੈਠਾ ਹੈ। ਇਹ ਗੱਲ ਮੈਂ ਬਿਲਕੁਲ ਬੜੇ ਦਾਅਵੇ ਨਾਲ ਕਹਿਣਾ ਹੈ। ਦੂਜੀ ਗੱਲ ਜਿਹੜੀ ਸਵੈਤ ਸਾਹਿਬ ਕਹਿ ਰਹੇ ਨੇ ਅਸੀਂ ਬਿਜਲੀ ਦੇ ਰੇਟ ਘਟਾਤੇ, ਇਹਨਾਂ ਦੀ ਸਰਕਾਰ ਦੇ ਵਿੱਚ 35% ਰੇਟ ਵਧੇ ਹੈ, ਔਰ ਘੱਟੋ ਘੱਟ 12 ਵਾਰ ਇਹਨਾਂ ਨੇ ਰੇਟ ਵਧਾਏ ਆ, ਤੇ 35% ਰੇਟ ਵਧਾ ਕੇ ਜੇ 3 ਰੁਪਏ ਘਟਾਉਂਦੇ ਨੇ, ਤੇ ਜਿਹੜਾ ਇਹਨਾਂ ਨੇ ਵਾਅਦਾ ਕੀਤਾ ਸੀ ਤੁਹਾਡੀ 10 ਸਾਲ ਦੀ ਸਰਕਾਰ ਵੇਲੇ ਤੁਹਾਨੂੰ ਪਤਾ ਕਿੰਨੇ % ਰੇਟ ਵਧਾਏ ਆ ਤੁਸੀਂ?
ਫਿਰ ਭੁੱਲਿਆ ਨਾ ਕਰੋ, ਭੁੱਲਿਆ ਨਾ ਕਰੋ। ਸੋਢੀ ਸਾਹਿਬ ਅਕਾਲੀ ਦਲ ਤੇ ਬੀਜੇਪੀ ਜਿਹੜਾ ਗਠਬੰਧਨ ਸਰਕਾਰ ਵੇਲੇ ਕਿੰਨਾ % ਰੇਟ ਵਧਿਆ ਬਿਜਲੀ ਦਾ ਯਾਦ ਹੈਗਾ ਤੁਹਾਨੂੰ? ਭੁੱਲਿਆ ਨਾ ਕਰੋ ਫਿਰ। ਇੱਕ ਇੱਕ ਕਰਕੇ ਦੇਖੋ ਸਵੈਤ ਸਾਹਿਬ ਮੈਂ ਤੁਹਾਡੇ ਤੋਂ ਜਵਾਬ ਲਵਾਂਗਾ, ਛੋਟੀ ਜੀ ਕੰਪਲੀਟ ਕਰ ਲਓ। ਮੈਨੂੰ ਗੱਲ ਪੂਰੀ ਕਰਨ ਦਿਓ। 5 ਰੁਪਏ ਯੂਨਿਟ ਦਾ ਵਾਅਦਾ ਕੀਤਾ ਸੀ ਇੰਡਸਟਰੀ ਨਾਲ, ਕੀ ਇਹਨਾਂ ਨੇ ਉਹ 5 ਰੁਪਏ ਵਾਅਦਾ ਪੂਰਾ ਕਰਤਾ? ਦੂਜੀ ਗੱਲ, ਅੱਜ ਪੰਜਾਬ ਦੇ ਵਿੱਚ ਇਹਨਾਂ ਦੀਆਂ ਟਿੱਪਣੀਆਂ ਦੇ ਨਾਲ ਭਲਾ ਨਹੀਂ ਹੋਣਾ। ਅੱਜ ਲੋਕ ਚਾਹੁੰਦੇ ਆ ਬੇਅਦਬੀ ਦੇ ਮੁੱਦੇ ਉੱਪਰ ਜਿਹੜੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਗੱਲ ਝੋਲੀਆਂ ਅੱਡ ਕੇ ਕੀਤੀ ਸੀ ਵਿਧਾਨ ਸਭਾ 'ਚ, ਉਹ ਕਿੱਥੇ ਹੈ? ਅੱਜ ਘਰ ਘਰ ਰੁਜ਼ਗਾਰ ਦੇਣ ਦੀ ਗੱਲ ਕਿੱਥੇ ਹੈ? ਅੱਜ ਬੇਰੁਜ਼ਗਾਰੀ ਭੱਤਾ ਕਿੱਥੇ ਹੈ? ਅੱਜ ਗਰੀਬ ਲੋਕਾਂ ਨੂੰ ਜਿਹੜਾ ਕਿਹਾ ਸੀ ਆਟਾ ਦਾਲ ਦੇ ਨਾਲ ਅਸੀਂ ਚਾਹ ਪੱਤੀ ਵੀ ਦੇਵਾਂਗੇ, ਅਸੀਂ ਖੰਡ ਵੀ ਦੇਵਾਂਗੇ, ਚਲੋ ਠੀਕ ਹੈ, ਕਿੱਥੇ ਹੈ? ਠੀਕ ਹੈ, ਆਪਾਂ ਹੁਣ ਜਵਾਬ ਲੈ ਲਈਏ। ਠੀਕ ਹੈ ਸਵੈਤ ਸਾਹਿਬ ਦਿੱਕਤ ਪਤਾ ਕੀ ਹੈ? ਸਵੈਤ ਸਾਹਿਬ ਲੋਕ ਵੀ ਪੰਜਾਬ ਦੇ ਕਹਿੰਦੇ ਹੋਣਗੇ ਕਿ ਗੱਲ ਨਹੀਂ ਕਰਦੇ ਚੋਣ ਵਾਅਦਿਆਂ ਦੀ, ਗੱਲ ਨਹੀਂ ਹੋ ਰਹੀ ਪੰਜਾਬ ਦੀ, ਕੈਪਟਨ ਐਵੇਂ ਹੈ, ਕੈਪਟਨ ਉਵੇਂ ਸੀ, ਕੈਪਟਨ ਨੇ ਆ ਨਹੀਂ ਕੀਤਾ, ਜਾਂ ਫਿਰ ਕੈਪਟਨ ਕਹਿੰਦੇ ਨੇ ਕਿ ਕਾਂਗਰਸ ਦੇ ਅੰਦਰ ਆ ਸੀ, ਕਾਂਗਰਸ ਦੇ ਅੰਦਰ ਉਹ ਸੀ, ਬਸ ਆਹੀ ਗੱਲਾਂ ਚੱਲੀ ਜਾਂਦੀਆਂ ਨੇ। 2 ਮਹੀਨੇ ਦਾ ਸਮਾਂ ਰਹਿ ਗਿਆ ਚੋਣਾਂ ਨੂੰ। ਗੌਰਵ ਜੀ ਬਿਲਕੁਲ ਨਹੀਂ, ਬਿਲਕੁਲ ਨਹੀਂ। ਕੈਪਟਨ ਸਾਹਿਬ ਨੂੰ ਲਾਂਭੇ ਕਰਨ ਦਾ ਕਾਰਨ ਹੀ ਇਹ ਹੈਗਾ ਸੀ ਕਿ ਜੋ ਭਖਦੇ ਮੁੱਦੇ ਨੇ ਜੀ, ਅਸੀਂ ਨਹੀਂ ਕਦੇ ਕੰਮ ਹੋਇਆ, ਲੇਕਿਨ ਕੰਮ ਜਿਨ੍ਹਾਂ ਮੁੱਦਿਆਂ ਤੇ ਜ਼ੋਰ ਸ਼ੋਰ ਨਾਲ ਹੋਣਾ ਚਾਹੀਦਾ ਸੀਗਾ, ਆ ਜਿਹੜੇ ਆ ਬੇਅਦਬੀ ਦੇ ਮੁੱਦੇ, ਆ ਜਿਹੜੇ ਦੂਜੇ ਸਾਡੇ ਹੁਣ ਡਰੱਗਸ ਜਿਹੜੇ ਬਾਹਰ ਫਿਰਦੇ ਜਿਹੜੇ ਰਿਪੋਰਟਾਂ ਨਹੀਂ ਖੁੱਲਦੀਆਂ ਸੀਗੀਆਂ, ਇਹ ਭਖਦੇ ਮੁੱਦੇ ਜਦੋਂ ਸਾਡੀ ਪਾਰਟੀ ਪ੍ਰਧਾਨ ਨੇ ਤੇ ਹਾਈ ਕਮਾਂਡ ਨੇ ਕੈਪਟਨ ਸਾਹਿਬ ਨੂੰ ਕਿਹਾ ਇਹ ਕਰੋ, ਉਹਨਾਂ ਨੇ ਲੱਤਾਂ ਪਿੱਛੇ ਘੜੀਸੀਆਂ ਜੀ, ਤੇ ਪੰਜਾਬ ਦੇ ਲੋਕਾਂ ਨਾਲ ਜੋ ਵਾਅਦੇ ਕਰਕੇ ਆਏ, ਜੋ ਭਖਦੇ ਮਸਲੇ ਹੈਗੇ, ਉਹਨਾਂ ਤੇ ਕੰਮ ਨਹੀਂ ਕੀਤਾ। ਤੇ ਜਦੋਂ ਉਹਨਾਂ ਨੇ ਭਾਜਪਾ ਨਾਲ ਜਿਹੜਾ ਹੈਗਾ ਰਲ ਮਿਲ ਕੇ ਤੇ ਅਕਾਲੀਆਂ ਨਾਲ ਰਲ ਮਿਲ ਕੇ ਜਿਹੜੇ ਸਾਜ਼ਿਸ਼ਾਂ ਕਰਨੇ ਸ਼ੁਰੂ ਕੀਤੇ ਹੈਗੇ, ਉਹ ਪਾਸੇ ਕੀਤਾ ਉਹਨਾਂ ਨੂੰ। ਤੇ ਤੁਸੀਂ ਦੇਖੋ ਉਸ ਤੋਂ ਬਾਅਦ ਕਿੰਨੇ ਜ਼ੋਰ ਸ਼ੋਰ ਨਾਲ ਸਾਰੇ ਕੰਮ ਕਿਸ ਸਪੀਡ ਨਾਲ ਹੋ ਰਹੇ ਨੇ, ਇੰਪਲੀਮੈਂਟ ਹੋ ਰਹੇ ਨੇ। ਚਲੋ ਸਵੈਤ ਸਾਹਿਬ ਤੁਸੀਂ ਕਾਨੂੰਨ ਦੇ ਵੀ ਜਾਣਕਾਰ ਹੋ, ਮੇਰੇ ਕੋਲ ਸਮਾਂ ਬਹੁਤ ਘੱਟ ਹੈ, ਮੈਂ ਸਿੱਧੀ ਟਿੱਪਣੀ ਤੁਹਾਨੂੰ ਪੁੱਛਣਾ ਚਾਹੁੰਦਾ। ਤੁਹਾਨੂੰ ਲੱਗਦਾ ਹੈ ਕਿ ਇਹ ਇੱਕ ਮਰਿਆਦਾ ਹੈ? ਸਰ ਅਸੀਂ ਨਹੀਂ ਬੋਲ ਰਹੇ, ਸਿੱਧੂ ਸਾਹਿਬ ਨਹੀਂ ਬੋਲ ਰਹੇ, ਪੰਜਾਬ ਦੇ ਲੋਕ ਬੋਲ ਰਹੇ ਨੇ ਕੈਪਟਨ ਨੂੰ। ਅੱਜ ਪੰਜਾਬ ਦੇ ਲੋਕ ਸਿਰਫ ਵੋਟਾਂ 'ਚ ਬੋਲਣਗੇ ਨਾ, ਪੰਜਾਬ ਦੇ ਲੋਕ ਵੋਟਾਂ 'ਚ ਬੋਲਣਗੇ, ਆਪਣੇ ਵੋਟ ਦੇ ਜ਼ਰੀਏ ਬੋਲਣਗੇ। ਬੋਲਦੇ ਨੇ ਤੇ ਜੋ ਬਿਜਲੀ ਦੇ ਵਾਅਦੇ ਦੇ ਬਾਰੇ ਸੁਣ ਲਓ, ਆਪਣੇ ਸੋਢੀ ਸਾਹਿਬ ਤੇ ਠੰਡਲ ਸਾਹਿਬ, ਤੁਹਾਡੇ ਵੇਲੇ ਤੁਸੀਂ ਵਾਅਦਾ ਬਿਜਲੀ ਦਾ ਕੀਤਾ 43% ਤਾਂ ਤੁਸੀਂ 2007 ਤੇ 12 ਤੱਕ ਕੀਤਾ, ਉਸ ਤੋਂ ਬਾਅਦ 25-26%, 70% ਤੁਸੀਂ ਵਾਅਦਾ ਕੀਤਾ। ਉਹ ਭੁੱਲ ਜਾਂਦੇ ਤੁਸੀਂ ਆਪਦੀਆਂ ਗੱਲਾਂ ਨੂੰ। ਤੁਸੀਂ ਪੰਜਾਬ ਦੇ ਲੋਕਾਂ ਦੇ ਜਿਹੜੇ ਪੀਪੀਏ ਗਲਤ ਕਰਕੇ ਜੋ ਛੁਰਾ ਮਾਰਿਆ ਹੈ, ਜੋ 65,000 ਕਰੋੜ ਬਣਦਾ ਹੈ, ਜਿਹੜਾ ਅਸੀਂ ਕੈਂਸਲ ਕਰਨ ਜਾ ਰਹੇ ਹਾਂ। ਛੋਟੀ ਟਿੱਪਣੀ ਲੈਣੀ ਹੈ, ਮੇਰੇ ਕੋਲ ਸਮਾਂ ਖਤਮ ਹੋ ਰਿਹਾ ਹੈ, ਸਵੈਤ ਸਾਹਿਬ ਮੈਂ ਵਿਚਾਲੇ ਰੁਕ ਰਿਹਾ। ਠੰਡਲ ਜੀ, ਕਿਹੜੀਆਂ ਗੱਲਾਂ ਕਰਦੇ ਹੋ ਤੁਸੀਂ? ਠੀਕ ਹੈ ਸੋਹਣ ਸਿੰਘ। ਦੇਖੋ ਗੌਰਵ ਜੀ, ਸਵੈਤ ਸਾਹਿਬ ਬਾਰ-ਬਾਰ ਗੱਲ ਕਰੀ ਜਾਂਦੇ ਆ ਅਕਾਲੀ ਦਲ ਦੀ, ਇਹ ਸਮਝੌਤਿਆਂ ਦੀ ਜਿਹੜੇ ਕਹਿੰਦੇ ਅਸੀਂ ਕੀਤੇ ਆ, ਪਲਾਂਟ ਲਾਏ ਆ, ਅਸੀਂ ਤੇ ਕਹਿੰਦੇ ਆ ਜੇ ਗਲਤ ਕੀਤੇ ਤਾਂ ਉਹਨੂੰ ਰੱਦ ਕਰ ਦਿਓ ਜੀ। ਰੌਲਾ ਕਿਉਂ ਪਾਈ ਜਾਂਦੇ? ਜੇ ਤੁਹਾਨੂੰ 2 ਰੁਪਏ 83 ਪੈਸੇ ਬਿਜਲੀ ਜਿਹੜੀ ਮਾੜੀ ਲੱਗਦੀ ਆ ਤੇ 12 ਰੁਪਏ ਚੰਗੀ ਲੱਗਦੀ ਹੈ, 2 ਨਹੀਂ ਮਿਲੀ, ਝੂਠ ਕਿਉਂ ਬੋਲਦੇ ਹੋ? 7 ਮਿਲਦੀ ਆ, 5 ਰੁਪਏ ਸਾਡੇ 5 ਕਿੱਥੇ ਬੋਲਦੇ ਤੁਸੀਂ? ਮੈਂ ਸਭ ਗੱਲ ਸੁਣ ਲਓ, ਹੁਣ ਪਹਿਲਾਂ ਗੱਲ ਸੁਣ ਜੀ। ਕੈਪਟਨ ਸਾਹਿਬ ਨੇ ਅੱਜ ਮਿੱਲਾਂ ਵਾਲੇ ਮੁੱਕਰ ਗਏ ਕਿ ਅਸੀਂ 360 ਰੁਪਏ ਨਹੀਂ ਖਰੀਦਣਾ, ਮਿਲਤ ਨਹੀਂ ਚੱਲਣੀਆਂ 15 ਨਵੰਬਰ ਨੂੰ। ਤੁਹਾਡੀ ਸਰਕਾਰ ਲਈ ਕੌਣ ਜ਼ਿੰਮੇਵਾਰ ਹੋਆ? ਅਸੀਂ ਜ਼ਿੰਮੇਵਾਰ ਅਸੀਂ ਦਵਾਂਗੇ, ਮੁੱਖ ਮੰਤਰੀ ਤੁਹਾਡਾ ਕਿਹਾ ਦਵਾਂਗੇ, ਅਸੀਂ ਸਰਕਾਰ ਦੇ ਰਹੀ ਹੈ। ਠੀਕ ਹੈ, ਮੈਂ ਕਿਹਾ ਜ਼ਿੰਮੇਵਾਰੀ ਕਿਹਦੀ ਦਵਾਂਗੇ, ਸਰਕਾਰ ਨੇ ਕਿਹਾ ਜ਼ਿੰਮੇਵਾਰੀ ਕੀਤੀ ਅਸੀਂ, ਤੇ 15 ਨਵੰਬਰ ਨੂੰ ਸ਼ੁਰੂ ਹੋ ਰਹੇ ਨੇ। ਜਾਂ ਨਵਜੋਤ ਸਿੱਧੂ ਨੂੰ ਮੰਨੀਏ, ਸਾਨੂੰ ਇੱਕ ਫੈਸਲਾ ਤਾਂ ਕਰ ਦਿਓ ਲੋਕਾਂ ਨੂੰ, ਕਿਹਦੀ ਸਰਕਾਰ ਮੰਨੀਏ, ਕਿਹਦੀ ਗੱਲ ਨੂੰ ਸਹੀ ਮੰਨੀਏ, ਕੈਪਟਨ ਨੂੰ ਮੰਨੀਏ, ਚੰਨੀ ਨੂੰ ਮੰਨੀਏ ਜਾਂ ਨਵਜੋਤ ਸਿੱਧੂ ਨੂੰ ਮੰਨੀਏ? ਠੀਕ ਹੈ, ਤੁਸੀਂ ਅਗਰ ਸਿੱਧੂ ਜੋ ਕਰਦਾ ਠੀਕ ਕਰਦਾ, ਅੱਜ ਕਿਸਾਨ ਕਿਹਨੂੰ ਫੜਨਗੇ? ਚਲੋ ਮੈਂ ਮਾਫੀ ਚਾਹੁੰਦਾ, ਮੈਂ ਵਿਚਾਲੇ ਹੁਣ ਰੋਕਾਂਗਾ, ਮੇਰੇ ਕੋਲ ਸਮਾਂ ਖਤਮ ਹੋ ਚੱਲਿਆ। ਗਰਗ ਸਾਹਿਬ ਔਰ ਸੋਢੀ ਜੀ ਤੁਹਾਡੇ ਤੋਂ ਲਾਸਟ ਰਿਐਕਸ਼ਨ ਦੇ ਲਈ ਨਹੀਂ ਆ ਪਾਵਾਂਗਾ। ਮੁੱਦਾ ਇਹੀ ਹੈ ਕਿ ਸਿਆਸੀ ਟਿੱਪਣੀਆਂ ਦੇ ਨਾਲ ਨਾਟੀਆਂ ਦਾ ਹੋ ਸਕਦਾ ਹੈ, ਪੰਜਾਬ ਦੇ ਲੋਕਾਂ ਦਾ ਕੋਈ ਫਾਇਦਾ ਤਾਂ ਹੁੰਦਾ ਨਜ਼ਰ ਨਹੀਂ ਆਉਂਦਾ, ਪਰ ਪੰਜਾਬ ਦੇ ਲੋਕਾਂ ਤੱਕ ਇੱਕ ਮੈਸੇਜ ਜ਼ਰੂਰ ਪਹੁੰਚਦਾ ਹੈ ਕਿ ਸਿਆਸਤਦਾਨ ਇਸ ਤਰ੍ਹਾਂ ਹੀ ਖੇਪੜਦੇ ਰਹਿਣਗੇ। ਦੂਜੇ ਪਾਸੇ ਵੋਟ ਕਿਸ ਨੂੰ ਪਾਉਣੀ ਹੈ, ਕਿਹੜੇ ਮੁੱਦਿਆਂ ਉੱਤੇ ਪਾਉਣੀ ਹੈ, ਕਿਹੜੇ ਵਾਅਦਿਆਂ ਨੂੰ ਦੇਖ ਕੇ ਪਾਉਣੀ ਹੈ, ਕਿਹੜਾ ਰੋਡ ਮੈਪ ਦੇਖ ਕੇ ਪਾਉਣੀ ਆ, ਉਹ ਤੁਸੀਂ ਖੁਦ ਡਿਸਾਈਡ ਕਰਨਾ ਹੈ। ਜ਼ਿਆਦਾ ਸਮਾਂ ਨਹੀਂ, ਹੁਣ ਕਰੀਬ 2-2.5 ਮਹੀਨੇ ਬਾਅਦ, 3 ਮਹੀਨੇ ਬਾਅਦ ਉਹ ਮੌਕਾ ਆਏਗਾ ਜਦੋਂ ਤੁਸੀਂ ਆ ਸਾਰਾ ਕੁਝ ਸਿਆਸੀ ਕਲੇਸ਼ ਦੇਖ ਕੇ, ਸੁਣ ਕੇ, ਸਮਝ ਕੇ ਵੋਟ ਕਰਨੀ ਹੈ। ਬਸ ਤਿਆਰ ਰਹਿਣਾ। ਪ੍ਰਾਈਮ ਟਾਈਮ 'ਚ ਅੱਜ ਦੇ ਲਈ